सतनाम वाहिगुरु साहिब जी। दिन राति आराधो प्यारो, निमक न कीजै ढीला। संत सेवा कर भावनी लाइए, त्याग मान हाठीला। मोहन प्राण मान रागीला, बास रह्यो हियर कै संगे। पेख मोह्यो मन लीला। जिस सिमरत मन होत आनंदा, उतरै मन हो जंगीला। मिल बे की महिमा बरन न साको, नानक परै परीला। सिखो शब्द प्यारे हो, जन्म मरण की टेक। मुख उजल सदा सुखी, नानक सिमरत एक। बेसुमार अथाह अगनत तोलै, जो बुलावो त्यो नानक दास बोले। सतनाम वाहिगुरु साहिब जी। है करके ओहे करेन, गला पिटना सिर खोहेना। नाओ लैन अर करन समाए, नानक तिन बलिहारै जाओ। नाओ लैन अर करन समाए, नानक तिन बलिहारै जाए। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वत्सल, कृपा निध दया निध करुणा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, अथाह बख्शिश है सतगुरु साहिब जी की, जो अपनी परम नज़र करके सतगुरु साहिब जी ने अपनी पावन पवित्र मुबारक चरण शरण हजूरी के अंतर्गत सतसंगत रूप विच जुड़न दा अमोलक अवसर बख्शिश किया है जी। आप जी बड़े सुभागशाली हो जो सतगुरु की रहमत नूं माणदियां सतसंगत रूप विच जुड़ बैठ के गुरु के मुबारक चरणों के नाल अपनी प्रीत भगती नूं दृढ़ करदियां गुर शब्द के कीर्तन अते विचार अभ्यास के नाल अपने मन बुद्ध चित्त सुरत की घाड़त घड़ के
ਗੁਰਮੁਖੀ ਜੀਵਨ ਦੀ ਕਮਾਈ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ, ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਦਇਆ ਹੈ, ਕਿਰਪਾ ਹੈ। ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦੇ ਨਾਲ ਕਥਾ ਸ਼ਰਵਣ ਕਰਕੇ ਨਿਰੰਤਰ ਗਿਆਨਾਤਮਕ ਅਧਿਆਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੈ ਕਰ ਕੈ ਉਹੇ ਕਰੇਨ, ਗੱਲਾ ਪਿਟਨ ਸਿਰ ਖੋਹੇਨ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਲੋਕ ਵਾਰਾਂ ਤੇ ਵਧੀਕ ਇਸ ਪਾਵਨ ਬਾਣੀ ਦੇ ਅੰਤਰਗਤ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਫਰਮਾਇਆ ਸੀ ਕਿ ਜਦੋਂ ਜੀਵ ਦੇ ਕੋਲ ਗੁਰੂ ਸ਼ਬਦ ਦੀ ਰੌਸ਼ਨੀ ਦਾ ਪਰਮ ਉਜਾਲਾ ਨਹੀਂ ਹੁੰਦਾ, ਜਦੋਂ ਉਹਦੇ ਨੇਤਰਾਂ ਦੇ ਵਿੱਚ ਗੁਰੂ ਸ਼ਬਦ ਦੀ ਵਿਵੇਕ ਦ੍ਰਿਸ਼ਟੀ ਨਹੀਂ ਹੁੰਦੀ, ਜਦੋਂ ਬਾਹਰੀ ਜਗਤ ਦਾ ਭਰਮਿਆ ਹੋਇਆ ਜੀਵ ਬਾਹਰੀ ਜਗਤ ਨੂੰ ਸੱਚ ਮੰਨ ਕੇ ਉਹਦੇ ਅਨੁਸਾਰ ਚੱਲਦਾ ਰਹਿੰਦਾ ਹੈ, ਤਾਂ ਫਿਰ ਉਹ ਇਸ ਨਿਰਣੇ 'ਤੇ ਪਹੁੰਚਦਾ ਹੈ ਕਿ ਦੁਨੀਆ ਕਾਰਨ ਦੀਨ ਗਵਾਇਆ। ਕਿ ਜਿਹੜਾ ਬਹੁਤ ਜ਼ਿਆਦਾ ਦੁਨੀਆ ਨੂੰ ਤਰਜੀਹ ਦਿੰਦਾ ਹੋਵੇ, ਜੀਵਨ ਦੇ ਵਿੱਚ ਇਹ ਸਰਲ ਪਛਾਣ ਹੈ ਧਰਮ ਬੰਦੇ ਦੀ। ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਦੁਨੀਆ ਦਾ ਬਹੁਤ ਜ਼ਿਆਦਾ ਜ਼ਿਕਰ ਹੈ, ਜਾਂ ਜਿਹਦੀ ਭੱਜ ਦੌੜ ਸਾਰੀ ਦੀ ਸਾਰੀ ਦੁਨੀਆ ਵੱਲ ਹੈ, ਤਾਂ ਯਕੀਨਨ ਜਾਣ ਲੈਣਾ ਇਹ ਬੰਦਾ ਠੀਕ ਅਰਥਾਂ ਦੇ ਵਿੱਚ ਧਰਮੀ ਨਹੀਂ ਹੋ ਸਕਦਾ। ਦੁਨੀਆਦਾਰੀ ਦਾ ਜਿਹੜੇ ਨੁਕਤੇ ਨੇ ਉਹਨਾਂ ਦੀ ਕੱਲ੍ਹ ਆਪਦੇ ਸਨਮੁਖ ਬਾਤ ਕੀਤੀ ਸੀ ਕਿ ਹਰ ਵਕਤ ਜਿਹੜਾ ਹੈ ਕਦੇ ਪਦਾਰਥਾਂ ਦੇ ਲੋਭ ਵਿੱਚ ਹੋਣਾ, ਕਦੇ ਵਿਕਾਰਾਂ ਦੀ ਵਾਸਨਾ ਵਿੱਚ ਹੋਣਾ, ਕਦੇ ਸੰਬੰਧੀਆਂ ਦੇ ਮੋਹ ਵਿੱਚ ਹੋਣਾ, ਕਦੇ ਆਪਣੇ ਜੀਵਨ ਦੀ ਲੰਮੇਰੀ ਲਾਲਸਾ ਵਿੱਚ ਹੋਣਾ। ਮਤਲਬ ਕਦੇ ਵੀ ਆਪਣੇ ਚਿੱਤ ਨੂੰ ਸੰਸਾਰ ਤੋਂ ਖਾਲੀ ਨਾ ਹੋਣ ਦੇਣਾ ਦੁਨੀਆਦਾਰ ਬੰਦੇ ਦੀ ਨਿਸ਼ਾਨੀ ਹੈ। ਤਾਂ ਹੁਣ ਗੁਰੂ ਸਾਹਿਬ ਜੀ ਇਸੇ ਪਾਵਨ ਬਾਣੀ ਦੇ ਅੰਤਰਗਤ ਜਿਹੜਾ ਬਿਲਕੁਲ ਦੁਨੀਆਦਾਰੀ ਦੇ ਵਿੱਚ ਲਿਪਤ ਹੋਇਆ ਬੰਦਾ ਹੈ, ਉਹਦੇ ਅਗਲੇ ਜੀਵਨ ਦਸ਼ਾ ਦਾ ਬਿਆਨ ਕਰਦੇ ਹਨ। ਹੈ ਕਰ ਕੈ ਉਹੇ ਕਰੇਨ। ਤਾਂ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਸੇ ਜਗ੍ਹਾ ਭਾਈ ਮਰਦਾਨਾ ਜੀ ਸਹਿਤ ਕਿਸੇ ਨਗਰ ਵਿੱਚੋਂ ਗੁਜ਼ਰ ਰਹੇ ਸਨ। ਸਤਿਗੁਰੂ ਸਾਹਿਬ ਜੀ ਕੀ ਦੇਖਦੇ ਹਨ ਕਿ ਕਿਸੇ ਘਰ ਦੇ ਵਿੱਚ ਕੋਈ ਪ੍ਰਾਣੀ ਮ੍ਰਿਤ ਹੋ ਗਿਆ ਹੈ, ਕਾਲਵਸ ਹੋ ਗਿਆ ਹੈ। ਉਹਦੇ ਕਾਲਵਸ ਹੋਣ ਤੋਂ ਬਾਅਦ ਜਿਹੜੇ ਉਹਦੇ ਸੰਬੰਧੀ ਹਨ, ਜਿਹੜੀਆਂ ਕੁਝ ਇਸਤਰੀਆਂ ਹਨ, ਹੋਰ ਉਹਦੇ ਨਿਕਟਵਰਤੀ ਹਨ, ਜਿਨ੍ਹਾਂ ਦੇ ਨਾਲ ਪਰਿਵਾਰਕ ਜਾਂ ਮੋਹ ਦੇ ਸੰਬੰਧ ਹਨ, ਉਹ ਉਹਦੇ ਨਿਕਟ ਬੈਠ ਕੇ ਉੱਚੀ ਉੱਚੀ ਵਿਰਲਾਪ ਕਰ ਰਹੇ ਹਨ, ਹੈ ਕਰ ਰਹੇ ਹਨ। ਆਪਣੇ ਰੁਦਨ ਨੂੰ ਬੜੇ ਪੀੜ ਭਰੇ ਨੁਕਤੇ ਦੇ ਨਾਲ ਜ਼ਾਹਰ ਕਰ ਰਹੇ ਹਨ ਉਹਦੇ ਸੰਬੰਧੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੱਲਾਂ ਪਿੱਟਣ ਸਿਰ ਖੋਹੇਨ। ਕਹਿੰਦੇ ਨਾਲ ਉਹਨਾਂ ਜੀਵ ਦਾ ਜਿਹੜਾ ਉਹਦੇ ਪ੍ਰਥਾਏ ਵਿਰਲਾਪ ਕਰਦਿਆਂ ਆਪਣੇ ਆਪ ਨੂੰ ਪਿੱਟਦੇ ਹਨ, ਭਾਵ ਕਿ ਛਾਤੀ ਦੇ ਉੱਪਰ ਪੱਟਾਂ ਦੇ ਉੱਪਰ ਹੱਥ ਮਾਰ ਕੇ ਆਪਣੇ ਉੱਚੀ ਉੱਚੀ ਰੁਦਨ ਨੂੰ ਜ਼ਾਹਰ ਕਰਦੇ ਹਨ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਾਲ ਆਖਦੇ ਹਨ ਕਿ ਉਹ ਪਰਮੇਸ਼ਰ ਅਕਾਲ ਪੁਰਖ ਦਾ ਜ਼ਿਕਰ ਕਰਦੇ ਹਨ, ਨਾਲ ਰੋਂਦਿਆਂ ਰੋਂਦਿਆਂ ਹੈ ਕਰਕੇ, ਭਾਵ ਕਿ ਪਰਮੇਸ਼ਰ ਬਾਰੇ ਜ਼ਿਕਰ ਕਰਦੇ ਹਨ ਕਿ ਉਹ ਜੀਵ ਨੂੰ ਇਸ ਸੰਸਾਰ ਤੋਂ ਲੈ ਗਿਆ ਹੈ। ਉਹੀ ਅਕਾਲ ਪੁਰਖ ਜਗਤ ਰਚਦਾ ਹੈ, ਜੀਵਾਂ ਨੂੰ ਭੇਜਦਾ ਹੈ, ਆਪੇ ਹੀ ਲੈ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਸ ਸਮੇਂ ਜ਼ਿਕਰ ਤਾਂ ਕਰਦੇ ਹਨ, ਪਰ ਇਸ ਗੱਲ ਦੇ ਵਿੱਚ ਨਾਉ ਲੈਣ ਅਰ ਕਰਨ ਸਮਾਏ। ਨਾਮ ਤਾਂ ਲੈਂਦੇ ਹਨ ਕਿ ਉਹ ਪਰਮੇਸ਼ਰ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਜੀਵ ਨੂੰ ਮਾਰਨ ਦੇ, ਜੀਵਾਲਣ ਦੇ, ਪ੍ਰਤਪਾਲਣ ਦੇ ਸਮਰੱਥ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨਾਉ ਲੈਣ, ਜਿਵੇਂ ਇਹ ਨਾਂ ਲੈਂਦੇ ਹਨ ਪਰਮੇਸ਼ਰ ਦਾ, ਉਸ ਸਮੇਂ ਉਹਨੂੰ ਅੰਤਮ ਜਾਣਦੇ ਹਨ। ਸਾਡੇ ਜੀਵਨ ਦੇ ਵਿੱਚ ਮ੍ਰਿਤੂ ਹੀ ਇੱਕ ਐਸਾ ਮੌਕਾ ਹੈ
ਜਿੱਥੇ ਜਾ ਕੇ ਮਨੁੱਖ ਦੀ ਬੁੱਧ, ਮਨੁੱਖ ਦੀ ਅਕਲ, ਮਨੁੱਖ ਦੇ ਜੀਵਨ ਦਾ ਸਾਰਾ ਤਾਣਾ ਬਾਣ ਬੇਵੱਸ ਹੋ ਕੇ ਉਸ ਬੇਵੱਸੀ ਦੇ ਵਿੱਚੋਂ ਅਕਾਲ ਪੁਰਖ ਦੀ ਹਸਤੀ ਨੂੰ ਮੰਨਣ ਦਾ ਜਾਂ ਉਹਦੇ ਹੋਣ ਦਾ ਥੋੜ੍ਹਾ ਬਹੁਤਾ ਜਿਹੜਾ ਜ਼ਿਕਰ ਕਰਦਾ ਹੈ। ਨਹੀਂ ਤਾਂ ਜ਼ਿੰਦਗੀ ਭਰ ਬਣੀ ਹੋਈ ਹਉਮੈ ਦੀ ਰਵਾਨੀ ਕਦਮ ਕਦਮ 'ਤੇ ਬੰਦੇ ਦੀ ਹਉਮੈ ਦਾ ਜਿਹੜਾ ਹੈ ਪ੍ਰਗਟਾਵਾ ਕਰਦੀ ਹੈ, ਅਤੇ ਅਕਾਲ ਪੁਰਖ ਕਰਤਾ ਪੁਰਖ ਦੀ ਹੋਂਦ ਨੂੰ, ਉਹਦੀ ਦਾਤ ਨੂੰ, ਉਹਦੇ ਰਹਿਮਤ ਨੂੰ ਵਸਾਰੀ ਰੱਖਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਉ ਲੈਨ ਅਰ ਕਰਨ ਸਮਾਏ, ਕਿ ਉਸ ਸਮੇਂ ਮਾਲਕ ਦਾ ਭਾਵੇਂ ਰੁਦਨ ਕਰਦਿਆਂ ਨਾਮ ਲੈ ਰਹੇ ਹਨ, ਪਰ ਜੇ ਇਸ ਨਾਮ ਲੈਣ ਦੇ ਵਿੱਚ ਜਿਵੇਂ ਦਾ ਜ਼ਿਕਰ ਕਰ ਰਹੇ ਹਨ, ਆਮ ਕਰਕੇ ਜ਼ਿਕਰ ਕੀਤਾ ਜਾਂਦਾ ਨਾ ਹਰ ਮ੍ਰਿਤਕ ਦੇ ਸਮੇਂ ਕਿ ਅਕਾਲ ਪੁਰਖ ਨੇ ਰਚਨਾ ਰਚੀ, ਉਹ ਆਪੇ ਲੈ ਗਿਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਜ਼ਿਕਰ ਦੇ ਵਿੱਚੋਂ ਜੇ ਪੂਰਾ ਯਕੀਨ ਬਣ ਜਾਵੇ ਅਕਾਲ ਪੁਰਖ ਦੀ ਹਸਤੀ ਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਤਿਨ ਬਲਿਹਾਰੈ ਜਾਉ, ਕਿ ਉਹਨਾਂ ਤੋਂ ਮੈਂ ਬਲਿਹਾਰ ਜਾਨਾ, ਭਾਵ ਕਿ ਜਿਨ੍ਹਾਂ ਨੇ ਕਰਤਾ ਪੁਰਖ ਨੂੰ, ਅਕਾਲ ਪੁਰਖ ਦੀ ਹੋਂਦ ਨੂੰ ਪ੍ਰਤੱਖ ਜਾਣ ਲਿਆ ਹੈ ਔਰ ਉਹਦੇ ਅਭਿਆਸ ਵਿੱਚ ਰਹਿ ਕੇ ਉਹ ਕਰਤਾ ਪੁਰਖ ਦੀ ਹਾਜ਼ਰਤਾ ਨੂੰ ਨੇੜੇ ਤੋਂ ਨੇੜੇ ਅਭਿਆਸ ਕਰ ਰਹੇ ਹਨ। ਇਸ ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ, ਕਿਉਂਕਿ ਜੀਵਨ ਦੇ ਵਿੱਚ ਹੁਣ ਜਦ ਕਦੇ ਅਸੀਂ ਪਾਵਨ ਬਾਣੀ ਪੜ੍ਹੀਏ ਤਾਂ ਪਾਵਨ ਬਾਣੀ ਦੇ ਵਿੱਚ ਮਨੁੱਖ ਨੂੰ ਸੁਚੇਤ ਕਰਨ ਦੇ ਲਈ ਅਧਿਆਤਮਿਕ ਮਾਰਗ ਦੀ ਅਭਿਲਾਸ਼ਾ ਜੀਵ ਦੇ ਅੰਦਰ ਦ੍ਰਿੜ ਕਰਨ ਦੇ ਲਈ ਮ੍ਰਿਤੂ ਦੀ ਬਾਤ ਕੀਤੀ ਗਈ ਹੈ। ਬਾਣੀ ਵਿੱਚ ਵਾਕ ਆਉਂਦਾ, ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਾਂ ਬਾਣੀ ਦੇ ਪਾਵਨ ਵਾਕ ਹਨ, ਆਜ ਕਾਲ ਖੁੱਲ੍ਹੈ ਤੇਰੀ ਗਾਂਠੁਲੀ। ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਜ਼ਿਕਰ ਕਰਦਿਆਂ ਬਖਸ਼ਿਸ਼ ਕਰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜੀਵਨ ਦੇ ਜਿਸ ਕਰਤਾ ਪੁਰਖ ਨੇ ਸਾਰਾ ਜੀਵਨ ਸਾਜਿਆ ਹੈ, ਉਹ ਸਾਡੇ ਜੀਵਨ ਨੂੰ ਕਿਸੇ ਇੱਕੋ ਦਮ ਮੁਕੰਮਲ ਰਕਨਾ ਵਾਂਗ ਰਚ ਕੇ ਨਹੀਂ ਛੱਡ ਦਿੰਦਾ। ਆਤਮ ਜੋਤ ਕਰਕੇ ਸਾਡੇ ਅੰਦਰ ਵਿਆਪਤ ਹੈ ਅਤੇ ਜੋਤ ਰੂਪ ਕਰਕੇ ਬਾਹਰ ਵੀ ਵਿਆਪਤ ਹੈ। ਜਦੋਂ ਸਾਡੀ ਜੀਵਨ ਦੀ ਸਮਾਪਤੀ ਤੋਂ ਬਾਅਦ ਹੀ ਉਸ ਸਰਵਉੱਚ ਅਕਾਲ ਪੁਰਖ ਦੀ ਹਸਤੀ ਨੂੰ ਮੰਨਣਾ ਹੈ ਜਾਂ ਉਹਨੂੰ ਹੀ ਸਰਵ ਸਮਰੱਥ ਜਾਣਨਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਨੁਕਤਾ ਜੇ ਪੂਰੇ ਜੀਵਨ ਵਿੱਚ ਢਲ ਜਾਵੇ, ਜੀਵਨ ਦੀਆਂ ਜਿੰਨੀਆਂ ਨਾਨਾ ਪ੍ਰਕਾਰ ਦੀਆਂ ਅੰਤਰ ਅਤੇ ਬਾਹਰੀ ਕਿਰਿਆਵਾਂ ਹਨ ਜਿਹੜੀਆਂ ਸਾਰੇ ਅਕਾਲ ਪੁਰਖ ਦੀ ਰਚਨਾ ਹੋਣ ਤੋਂ ਬਾਅਦ ਬਣਦੀਆਂ ਨੇ, ਭਾਵ ਕਿ ਜੇ ਜੀਵ ਦੇ ਅੰਦਰ ਮਾਲਕ ਦੀ ਜੋਤ ਥਿਰ ਹੋਵੇ ਤਾਂ ਸਾਰਾ ਜੀਵਨ ਬਣਦਾ। ਨਹੀਂ ਤਾਂ ਬਾਣੀ ਨੇ ਐਸੇ ਵਾਕ ਵੀ ਕਹੇ ਹਨ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਜਦੋਂ ਉਸ ਭਾਵ ਦੇ ਵਿੱਚ ਮਾਲਕ ਨੂੰ ਸਰਵ ਸਮਰੱਥ ਮੰਨਦੇ ਹੋ ਕਿ ਜਦੋਂ ਜੀਵ ਸੰਸਾਰ ਤੋਂ ਕੂਚ ਕਰ ਜਾਂਦਾ, ਫਿਰ ਆਖਦੇ ਅਕਾਲ ਪੁਰਖ ਲੈ ਗਿਆ ਉਹਦੀ ਜੋਤ, ਜੀਵ ਦੇ ਅੰਦਰੋਂ ਨਿਕਲ ਗਈ ਤਾਂ ਜੀਵ ਮ੍ਰਿਤ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਸ ਪਰਮੇਸ਼ਰ ਦਾ ਨਾਮ ਲੈ ਕੇ ਰੁਦਨ ਕਰਦੇ ਹੋ, ਜੇ ਉਸੇ ਪਰਮੇਸ਼ਰ ਨੂੰ ਸਰਵ ਸਮਰੱਥ ਜਾਣ ਕੇ ਉਹਦੀ ਹਾਜ਼ਰ ਨਾਜ਼ਰਤਾ ਦਾ ਅਭਿਆਸ ਕਰਦਿਆਂ ਉਹਦੇ ਜੋਤ ਸਰੂਪ ਨੂੰ ਅੰਦਰੋਂ ਪਛਾਣ ਲਿਆ ਜਾਵੇ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਨਾਉ ਲੈਨ, ਆਤਮਾ ਆਤਮਾ ਆਖ ਕੇ ਉਹਦਾ ਜ਼ਿਕਰ ਕਰਦੇ ਹੋ, ਪਰ ਜੇ ਨਾਉ ਲੈਂਦਿਆਂ ਲੈਂਦਿਆਂ ਉਸ ਆਤਮ ਸਰੂਪ ਨੂੰ ਤੱਕਣ ਦਾ, ਉਹਦੇ ਪ੍ਰਭਾਵ ਨੂੰ, ਉਹਦੇ ਰੂਹਾਨੀ ਪ੍ਰਭਾਵ ਨੂੰ ਮਾਨਣ ਦਾ ਜੇ ਜ਼ਿਕਰ ਕਰੋ, ਥੋੜ੍ਹਾ ਯਤਨ ਕਰੋ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਤਿਨ ਬਲਿਹਾਰੈ ਜਾਓ। ਐਸੇ ਜੀਵਾਂ ਤੋਂ ਬਲਿਹਾਰ ਜਾਣਾ ਬਣਦਾ। ਕਿਉਂ? ਕਿਉਂਕਿ ਜੋ ਸਦੀਵ ਤੱਤ ਹੈ ਸਾਡੇ ਜੀਵਨ ਦਾ ਉਹ ਸਾਡਾ ਆਤਮ ਹੈ, ਅਤੇ ਆਤਮ ਪਰਮੇਸ਼ਰ ਤੋਂ ਉਪਜਿਆ ਹੈ। ਰੇ ਮਨ ਡੀਗ ਨਾ ਡੋਲੀਐ, ਸੀਧੈ ਮਾਰਗ ਧਾਓ। ਹੁਣ ਜੋ ਪਿਛਲੇ ਸ਼ਲੋਕਾਂ ਦੇ ਵਿੱਚ ਜ਼ਿਕਰ ਆਇਆ ਹੈ ਕਿ ਜਿਹੜਾ ਬੰਦਾ ਦੁਨੀਆਦਾਰੀ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਬਹੁਤ ਜ਼ਿਆਦਾ, ਖਾਸ ਕਰਕੇ ਦੁਨੀਆਦਾਰੀ ਦਾ ਉਹ ਪੱਖ ਜਿਹੜਾ ਵਾਸਨਾ, ਤ੍ਰਿਸ਼ਨਾ ਜਾਂ ਮੋਹ ਦੇ ਆਕਰਸ਼ਣ ਦੇ ਨਾਲ ਸੰਬੰਧਿਤ ਹੈ, ਜਿਹੜੇ ਬੰਦੇ ਉਸ ਤਰਫ ਪ੍ਰਵਿਰਤ ਹੋ ਜਾਂਦੇ ਹਨ ਉਹਨਾਂ ਦੇ ਅੰਤਰ ਮਨ ਦੀ ਵਿਥਿਆ ਗੁਰੂ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਜ਼ਿਕਰ ਕਰ ਰਹੇ ਹਨ। ਰੇ ਮਨ ਡੀਗ ਨਾ ਡੋਲੀਐ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੋਵੇ, ਉਹਨੂੰ ਦੋ ਰਸਤੇ ਜਾਂਦੇ ਹੁਣ, ਇੱਕ ਰਸਤਾ ਜਿਹੜਾ ਬੜਾ ਸਮਤਲ ਹੈ, ਪੱਧਰਾ ਹੈ, ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ, ਜਿਹਦੇ 'ਤੇ ਚੱਲਣਾ ਬੜਾ ਸੁਖਾਲਾ ਹੈ ਔਰ ਜਿਹਦੇ 'ਤੇ ਚੱਲਿਆਂ ਜੀਵਨ ਦਾ ਮਾਣ ਵੀ ਵਧਣਾ ਹੈ।
ਇੱਕ ਰਸਤਾ ਉਹ ਹੋਵੇ। ਇੱਕ ਰਸਤਾ ਉਹ ਹੈ ਜਿਹੜਾ ਬੜਾ ਵਿਖਮ ਹੈ, ਬੜਾ ਉੱਬੜ ਖਾਬੜ ਹੈ ਰਸਤਾ। ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ, ਕਈ ਤਰ੍ਹਾਂ ਦੇ ਅਚਾਨਕ ਸੰਕਟ ਆਉਣ ਦੀ ਵੀ ਉੱਥੇ ਸੰਭਾਵਨਾ ਹੈ, ਔਰ ਉਹ ਬਹੁਤ ਟੇਢੇ ਢੰਗ ਦੇ ਨਾਲ ਮੰਜ਼ਿਲ ਤੱਕ ਪਹੁੰਚਦਾ ਹੈ। ਤਾਂ ਯਕੀਨਨ ਮਨੁੱਖ ਉਸ ਮਾਰਗ ਦੀ ਚੋਣ ਕਰੇਗਾ ਜਿਹੜਾ ਸਮਤਲ ਹੈ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਇਹਨੂੰ ਅੰਤਰ ਸੰਵਾਦ ਵੀ ਕਿਹਾ ਜਾਂਦਾ ਇਸ ਤਰ੍ਹਾਂ ਦੇ ਸਲੋਕਾਂ ਨੂੰ, ਕਿ ਜਦੋਂ ਆਪਣੇ ਆਪ ਨਾਲ ਬਾਤ ਕਰਨੀ, ਆਮ ਕਰਕੇ ਬੰਦੇ ਨੇ ਗੱਲਬਾਤ ਕਰਨੀ ਦੂਜੇ ਨੂੰ ਲੱਭਦਾ ਹੈ, ਪਰ ਗੁਰਬਾਣੀ ਨੇ ਸਾਨੂੰ ਅੰਤਰ ਸੰਵਾਦ ਸਿਖਾਇਆ ਹੈ। ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਰੇ ਮਨ ਡੀਗ ਨਾ ਡੋਲੀਐ। ਠੀਕ ਹੈ, ਵਿਕਾਰਾਂ ਦੇ ਰਸਤਿਆਂ ਦੇ ਉਤੇਜਿਤ ਰਸ ਬੜੇ ਚੰਗੇ ਲੱਗਦੇ ਨੇ, ਪਰ ਇਹ ਉਵੇਂ ਹੈ ਕਿ ਜਿਵੇਂ ਇੱਕਦਮ ਉੱਚਾ ਪੱਧਰਾ ਰਸਤਾ ਆਉਣਾ, ਉਹਦੇ ਭੁਲੇਖੇ ਚੱਲ ਪੈਣਾ ਅਤੇ ਅਚਾਨਕ ਫਿਰ ਗਹਿਰੀ ਖਾਈ 'ਚ ਗਿਰ ਪੈਣਾ। ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ 'ਚ ਸਮਝਾਇਆ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਡੀਗ, ਡੀਗ ਦਾ ਅਰਥ ਹੁੰਦਾ ਡਿੰਗਾ, ਵਿੰਗਾ ਟੇਢਾ। ਜਿਹੜਾ ਉਲਟਾ ਮਾਰਗ ਹੈ, ਵਿੰਗਾ ਟੇਢਾ ਹੈ, ਜਿਹਦੇ 'ਤੇ ਚੱਲ ਕੇ ਮਨੁੱਖ ਕਦੇ ਵੀ ਅਕਾਲ ਪੁਰਖ ਸਿਰਜਣਹਾਰ ਦੀ ਨਿਕਟਤਾ ਨਹੀਂ ਪ੍ਰਾਪਤ ਕਰ ਸਕਦਾ, ਆਪਣੇ ਪਰਮ ਤੱਤ ਸਰੂਪ ਦੇ ਵਿੱਚ ਕਦੇ ਨਹੀਂ ਅਭੇਦ ਹੋ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਅੰਤਰ ਸੰਵਾਦ ਕਰਦਿਆਂ ਮਨ ਨੂੰ ਸੁਚੇਤ ਕਰਦੇ ਹਨ, ਸੰਬੋਧਨ ਕਰਦੇ ਹਨ ਕਿ ਰੇ ਮਨ ਡੀਗ ਨਾ ਡੋਲੀਐ। ਜਿਹੜਾ ਵਿੰਗਾ ਟੇਢਾ ਮਾਰਗ ਹੈ, ਜਿਹੜਾ ਮਨ ਮਨਮੁਖਤਾ ਦੇ ਨਾਲ ਭਰਿਆ ਹੈ, ਜਿਸ ਰਸਤੇ 'ਤੇ ਅਗਿਆਨਤਾ ਦਾ ਅੰਧਕਾਰ ਛਾਇਆ ਹੋਇਆ ਹੈ, ਜਿਸ ਰਸਤੇ ਦੇ ਆਲੇ ਦੁਆਲੇ ਵਿਕਾਰਾਂ ਦੇ, ਤ੍ਰਿਸ਼ਨਾ ਦੇ, ਵਾਸਨਾ ਦੇ ਇਹੋ ਜਿਹੇ ਵਿਕਰਾਲ ਜੀਵ ਭਿਆਨਕ ਆਵਾਜ਼ਾਂ ਕਰ ਰਹੇ ਹਨ, ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਡੀਗ ਨਾ ਡੋਲੀਐ। ਇਹੋ ਜਿਹੇ ਮਾਰਗ 'ਤੇ ਨਹੀਂ ਚੱਲਣਾ ਚਾਹੀਦਾ। ਸਿੱਧਾ ਮਾਰਗ ਧਾਓ, ਉਸ ਮਾਰਗ ਨੂੰ ਪਕੜੋ ਜਿਹੜਾ ਸਿੱਧਾ ਪ੍ਰਭੂ ਤੱਕ ਜਾਂਦਾ ਹੈ। ਹੁਣ ਇਸ ਤਰ੍ਹਾਂ ਦੀ ਵੀ ਅਧਿਆਤਮਿਕ ਜਗਤ ਦੇ ਵਿੱਚ ਸਾਧਨਾ ਪੇਸ਼ ਹੋਈ ਹੈ, ਇਸ ਤਰ੍ਹਾਂ ਦੇ ਵੀ ਢੰਗ ਮਿਲਦੇ ਹਨ ਕਿ ਜਿਹਦੇ ਵਿੱਚ ਕਿਹਾ ਗਿਆ, ਪਹਿਲਾਂ ਜਿਹੜਾ ਹੈ ਮਨ ਨੂੰ ਜਿੰਨੇ ਇਹਦੇ ਵਿਕਾਰੀ ਰਸ ਹਨ ਉਹਨਾਂ ਦੀ ਪੂਰਤੀ ਕਰ ਦਿਓ ਅਤੇ ਮਨ ਫਿਰ ਰੱਜ ਜਾਵੇਗਾ, ਅਤੇ ਫਿਰ ਠੀਕ ਢੰਗ ਦੇ ਨਾਲ ਤੁਸੀਂ ਅਧਿਆਤਮਿਕ ਦੇ ਮਾਰਗ 'ਤੇ ਚੱਲ ਸਕੋਗੇ। ਜਿਵੇਂ ਸਾਕਤ ਪੰਥ ਹੈ ਜਾਂ ਚਾਰ ਵਾਕੀਏ ਹਨ, ਇਹ ਦੋ ਐਸੇ ਪੰਥ ਭਾਰਤ ਦੀ ਧਰਤੀ 'ਤੇ ਹੋਏ ਨੇ ਜਿਨ੍ਹਾਂ ਨੇ ਕਿਹਾ ਕਿ ਜਿਵੇਂ ਮਨ ਵਿਕਾਰਾਂ ਦੀ ਮੰਗ ਕਰਦਾ ਹੈ, ਮਾਸ ਸ਼ਰਾਬ ਦੀ, ਮੈਥੁਨ ਦੀ ਮੰਗ ਕਰਦਾ ਹੈ, ਇਹਨੂੰ ਬਹੁਤ ਭਰਪੂਰਤਾ ਦੇ ਵਿੱਚ ਦੇ ਦਿਓ ਅਤੇ ਆਖਰ ਮਨ ਦੀ ਪ੍ਰਵਿਰਤੀ ਇਹਦੇ ਤੋਂ ਉਪਰਾਮਤਾ ਵਾਲੀ ਹੋ ਜਾਏਗੀ। ਪਰ ਇਹ ਵੀ ਗੱਲ ਬਾਅਦ ਦੇ ਵਿੱਚ ਸਮਾਂ ਪਾ ਕੇ ਸਾਹਮਣੇ ਆਈ ਕਿ ਜਿਹੜਾ ਉਹਨਾਂ ਨੇ ਅਧਿਆਤਮਿਕ ਮਾਰਗ ਦੀ ਤ੍ਰਿਪਤੀ ਦਾ ਇਹ ਮਾਰਗ ਦਿੱਤਾ ਕਿ ਮਨ ਦੇ ਜਿੰਨੇ ਵਿਕਾਰ ਹਨ ਉਹਨਾਂ ਨੂੰ ਭਰ ਦਿਓ ਅਤੇ ਫਿਰ ਮਨ ਉਪਰਾਮ ਹੋ ਜਾਏਗਾ। ਮਨ ਉਪਰਾਮ ਨਹੀਂ ਹੋਇਆ, ਸਗੋਂ ਭਾਰਤ ਦੀ ਅੱਧੀ ਆਬਾਦੀ ਦਾ ਕਿਸੇ ਸਮੇਂ ਜੀਵਨ ਕਾਮ ਦੀ ਕੁਚੀਲਤਾ ਦੇ ਨਾਲ ਗਰਕ ਹੋ ਗਿਆ ਸੀ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਰੇ ਮਨ ਡੀਗ ਨਾ ਡੋਲੀਐ। ਹੁਣ ਡੀਗ ਨਾ ਡੋਲੀਐ ਦਾ ਭਾਵ ਹੈ, ਹੁਣ ਇੱਥੇ ਕੋਈ ਬਾਤ ਬਾਹਰ ਦੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਸ਼ਬਦ ਕਰ ਦਿੱਤਾ ਸੰਬੋਧਿਤ ਰੇ ਮਨ। ਹੁਣ ਤਨ ਨੇ ਚੱਲਣਾ ਹੈ, ਉਹਨੂੰ ਕੋਈ ਮਾਰਗ ਚਾਹੀਦਾ ਹੈ, ਕੋਈ ਧਰਤੀ ਦਾ ਬਣਿਆ ਹੋਇਆ ਖਾਸ ਟੁਕੜੇ ਵਾਲਾ ਵਜੂਦ ਚਾਹੀਦਾ ਹੈ। ਮਨ ਨੇ ਇਸ ਮਾਰਗ 'ਤੇ ਚੱਲਣਾ ਹੈ ਅਤੇ ਉਹਦਾ ਮਾਰਗ ਵੀ ਅਦ੍ਰਿਸ਼ ਹੈ ਅਤੇ ਮਨ ਵੀ ਅਦ੍ਰਿਸ਼ ਹੈ, ਪਰ ਇਹਨਾਂ ਦੋਵਾਂ ਦਾ ਪ੍ਰਭਾਵ ਪਤਾ ਲੱਗੇਗਾ। ਬੰਦੇ ਦੇ ਕਦਮ ਜੂਏ ਖਾਨੇ ਵੱਲ, ਸ਼ਰਾਬ ਖਾਨੇ ਵੱਲ, ਵੇਸਵਾ ਖਾਨੇ ਵੱਲ ਜਾ ਰਹੇ ਨੇ ਤਾਂ ਯਕੀਨਨ ਹੈ ਮਨ ਟੇਢੇ ਰਾਹ 'ਤੇ ਗਲਤ ਰਸਤੇ 'ਤੇ ਪਿਆ ਹੋਇਆ ਹੈ, ਕਿਉਂਕਿ ਮਨ ਉਸ ਤਰਫ ਲਿਜਾ ਰਿਹਾ ਹੈ। ਮਨ ਵੀ ਅਦ੍ਰਿਸ਼ ਹੈ ਅਤੇ ਮਨ ਨੇ ਜਿਸ ਮਾਰਗ 'ਤੇ, ਚਾਹੇ ਉਹ ਗੁਰਮੁਖਤਾ ਦਾ ਚਾਹੇ ਮਨਮੁਖਤਾ ਦਾ ਮਾਰਗ ਵੀ ਅਦ੍ਰਿਸ਼ ਹਨ। ਹੁਣ ਜਿਵੇਂ ਗੁਰਮੁਖਤਾ ਦਾ ਮਾਰਗ ਹੈ, ਮਨਮੁਖਤਾ ਦਾ ਮਾਰਗ ਹੈ, ਕਿ ਉਹ ਕਿਵੇਂ ਪਤਾ ਲੱਗੇ ਕਿ ਜਿਹੜਾ ਮਨ ਗਲਤ ਰਸਤੇ ਪਿਆ ਹੋਇਆ ਜਾਂ ਇਹਨੇ ਗਲਤ ਮਾਰਗ ਨੂੰ ਪਕੜਿਆ ਹੋਇਆ ਹੈ, ਉਸ ਬੰਦੇ ਦੇ ਜੀਵਨ ਦੇ ਕਰਮ ਦੱਸਣਗੇ। ਜਿਵੇਂ ਇਸ ਗੱਲ ਨੂੰ ਸਮਝਣਾ ਹੋਵੇ ਕਿ ਮਨ ਨੂੰ ਸਿੱਧੇ ਰਸਤੇ ਚਲਾਉਣਾ ਚਾਹੀਦਾ, ਇੱਕ ਪ੍ਰਮਾਣ ਮਿਲ ਜਾਂਦਾ ਹੈ। ਅਜਾਮਲ ਦੇ ਉਸਤਾਦ ਪੰਡਿਤ ਨੇ, ਗੁਰੂ ਨੇ ਉਹਨੂੰ ਕਿਹਾ ਸੀ, ਜਦੋਂ ਅਜੇ ਨੌਜਵਾਨੀ ਵਿੱਚ ਉਹਦੇ ਕੋਲੋਂ ਵਿੱਦਿਆ ਪੜ੍ਹਦਾ ਸੀ, ਕਿ ਰੋਜ਼ਾਨਾ
ਤੂੰ ਆਪਣੇ ਨੱਕ ਦੀ ਸੇਧ ਰੱਖ ਕੇ ਨਗਰ ਤੋਂ ਜਿਹੜਾ ਹੈ ਬਾਰ-ਬਾਰ ਜਾਇਆ ਕਰਨਾ, ਜਿਹੜਾ ਨਗਰ ਦੇ ਬਾਰ-ਬਾਰ ਰਸਤਾ ਪੈਂਦਾ ਹੈ ਆਪਣੇ ਘਰ ਨੂੰ ਵਾਪਸ। ਰੋਜ਼ ਇਸ ਗੱਲ ਨੂੰ ਮੰਨਦਾ ਰਿਹਾ। ਜਿੰਨਾ ਚਿਰ ਮੰਨਦਾ ਰਿਹਾ ਜੀਵਨ ਪਵਿੱਤਰ ਰਿਹਾ, ਕਿਸੇ ਤਰ੍ਹਾਂ ਦੀ ਮੈਲ ਦੇ ਨਾਲ ਆਤਮਾ ਦਾ ਮਨ ਦਾ ਦਾਮਨ ਮੈਲਾ ਨਹੀਂ ਹੋਇਆ। ਇੱਕ ਦਿਨ ਮਨ 'ਚ ਆਇਆ ਕਿ ਕੀ ਹੋ ਜਾਏਗਾ ਜੇ ਮੈਂ ਆਪਣੇ ਗੁਰੂ ਦੀ ਆਗਿਆ ਨਾ ਮੰਨ ਕੇ ਤੇ ਨਗਰ ਦੇ ਵਿੱਚ ਦੀ ਚਲਾ ਜਾਵਾਂ, ਬਾਹਰੋਂ ਬਾਹਰ ਨਾ ਜਾਇਆ ਕਰਾਂ। ਮਨ ਨੇ ਇਹ ਵਿਕਲਪ ਲੈ ਲਿਆ। ਇਸ ਵਿਕਲਪ ਦੇ ਮਗਰ ਲੱਗਾ ਹੋਇਆ ਅਜਾਮਲ ਰੋਜ਼ਾਨਾ ਨਗਰ ਦੇ ਬਾਹਰ ਦੀ ਜਾਂਦਾ ਹੈ, ਆਪਣੇ ਘਰ ਤੱਕ ਤਾਂ ਕੋਈ ਮੁਸ਼ਕਲ ਨਹੀਂ ਆਈ। ਅੱਜ ਜਦੋਂ ਨਗਰ ਦੇ ਵਿੱਚ ਦੀ ਗੁਜ਼ਰਿਆ ਤੇ ਨਗਰ ਦੇ ਵਿੱਚ ਕਿਧਰੇ ਵੇਸਵਾਖਾਨਾ ਸੀ, ਉੱਥੇ ਕਿਤੇ ਭ੍ਰਮਿਤ ਹੋ ਗਿਆ ਕਿਸੇ ਵੇਸਵਾ ਦੇ ਉੱਪਰ। ਅਗਲੇ ਦਿਨ ਵਿੱਦਿਆ ਪੜ੍ਹਨ ਆਇਆ, ਮਨ ਨਾ ਲੱਗੇ, ਉਹਦੇ ਚਿਹਰੇ ਦੀ ਦਸ਼ਾ ਬਿਆਨ ਕਰੇ ਕਿ ਇਹਦਾ ਅੱਜ ਮਨ, ਇਹਦਾ ਚਿੱਤ, ਇਹਦੀ ਬੁੱਧੀ ਇੱਥੋਂ ਗੈਰ ਹਾਜ਼ਰ ਹੈ। ਉਹਦੇ ਗੁਰੂ ਨੇ ਅੰਦਾਜ਼ਾ ਲਾ ਲਿਆ, ਕਹਿਣ ਲੱਗਾ ਅਜਾਮਲ ਕਿ ਇਉਂ ਲੱਗਦਾ ਕਿ ਤੂੰ ਮੇਰੇ ਬਚਨਾਂ ਤੋਂ ਥੋੜ੍ਹਾ ਉਲਟ ਗਿਆ ਹੈ। ਫਿਰ ਇੱਕ ਝੂਠ ਮਾਰਿਆ, ਕਹਿਣ ਲੱਗਾ ਨਹੀਂ ਮੈਂ ਤੁਹਾਡੇ ਬਚਨਾਂ ਦੇ ਅਨੁਸਾਰ ਰਿਹਾ। ਕਹਿੰਦੇ ਨਗਰ ਦੇ ਵਿੱਚ ਦੀ ਗਿਆ ਕਿ ਬਾਹਰ ਦੀ? ਕਹਿਣ ਲੱਗਾ ਜੀ ਨਗਰ ਦੇ ਬਾਹਰ ਦੀ ਗਿਆ। ਫਿਰ ਉਹਦੇ ਗੁਰੂ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਨਹੀਂ, ਇਹਦੇ ਜਿਹੜਾ ਜੀਵਨ ਹੈ ਥਿੜਕ ਗਿਆ। ਇਸ ਕਰਕੇ ਸਿਆਣੇ ਆਖਦੇ ਹਨ ਕਿ ਜਦੋਂ ਜੀਵਨ ਨੂੰ ਥਿਰ ਕਰਨਾ ਹੋਵੇ ਤਾਂ ਬੜੇ ਲੰਮੇ ਸਮੇਂ ਲੱਗਦੇ ਨੇ, ਜਿਵੇਂ ਪਹਾੜ 'ਤੇ ਚੜ੍ਹਨਾ ਹੋਵੇ। ਇੱਕ ਕਦਮ ਚੜ੍ਹ ਕੇ ਫਿਰ ਚੰਗੀ ਤਰ੍ਹਾਂ ਪੈਰ ਜਮਾਉਣੇ ਪੈਂਦੇ ਨੇ। ਕੋਈ ਪਹਾੜ ਦੀ ਥੋੜ੍ਹੀ ਮਿੱਟੀ ਖੁਰਚ ਕੇ ਉਹਦੇ ਵਿੱਚ ਪੈਰ ਫਸਾਉਣੇ ਪੈਂਦੇ ਨੇ, ਹੱਥ ਵੱਖਰੇ ਫਸਾਉਣੇ ਪੈਂਦੇ ਨੇ। ਪਰ ਜਦੋਂ ਗਿਰਨਾ ਹੈ ਪਹਾੜ ਤੋਂ, ਬਸ ਇੱਕ ਵਾਰੀ ਪੈਰ ਫਿਸਲ ਜਾਏ। ਚੜ੍ਹਨ ਸਮੇਂ ਜਿਸ ਪਹਾੜ ਨੂੰ ਕੋਈ 10 ਦਿਨ ਲੱਗੇ ਨੇ, ਕੋਈ ਹਫ਼ਤਾ ਲੱਗਿਆ ਹੈ, ਗਿਰਨ ਲੱਗਿਆਂ 1 ਮਿੰਟ ਜਾਂ 1 ਸਕਿੰਟ ਲੱਗੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਨ ਐਸੀ ਹਸਤੀ ਹੈ ਜਿਹੜਾ ਜਿਹਨੂੰ ਜਦੋਂ ਇਹਨੂੰ ਭਗਤੀ ਮਾਰਗ 'ਤੇ ਥਿਰ ਕਰਨਾ ਹੋਵੇ ਤਾਂ ਸਮੁੱਚਾ ਜੀਵਨ ਵੀ ਛੋਟਾ ਪੈ ਜਾਂਦਾ ਹੈ। ਪਰ ਜਦੋਂ ਇਹਨੂੰ ਵਿੰਗੇ ਟੇਢੇ ਰਸਤੇ 'ਤੇ ਚਲਾਉਣਾ ਹੈ, ਫਿਰ ਇਹਨੂੰ ਜਰਾ ਜਿੰਨਾ ਵੀ ਯਤਨ ਨਹੀਂ ਕਰਨਾ ਪੈਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਡੀਗ ਨਾ ਡੋਲੀ ਹੈ। ਟੇਢੇ ਮਾਰਗ ਤਾਂ ਬਣੇ ਪਏ ਨੇ, ਪਰ ਇਹਨਾਂ ਟੇਢੇ ਮਾਰਗਾਂ ਵੱਲ ਨਾ ਧਿਆਨ ਧਰਨਾ ਹੈ, ਨਾ ਇਹਨਾਂ ਵੱਲ ਚੱਲਣ ਦਾ ਯਤਨ ਕਰਨਾ ਹੈ। ਸਿੱਧਾ ਮਾਰਗ ਧਾਓ। ਸਿੱਧਾ ਮਾਰਗ ਦਾ ਭਾਵ ਜਿਹੜਾ ਜੀਵਨ ਜਿਉਣ ਦੀ ਉਹ ਨੁਕਤਾ, ਉਹ ਸ਼ੈਲੀ ਜਿਹੜੀ ਪੂਰੀ ਦੀ ਪੂਰੀ ਗੁਰੂ ਦੇ ਨਾਲ ਜੋੜਦੀ ਹੈ। ਜਿਹੜੀਆਂ ਐਸੀਆਂ ਸ਼ੈਲੀਆਂ ਜੀਵਨ ਦੀਆਂ ਜਿਹੜੀਆਂ ਗੁਰੂ ਪ੍ਰਤੀਤ ਦੇ ਨਾਲ ਨਹੀਂ ਜੋੜਦੀਆਂ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਨਾਲ ਜੁੜਨ ਦਾ ਅਰਥ ਨਹੀਂ। ਸਿੱਧਾ ਮਾਰਗ ਧਾਓ। ਸਿੱਧਾ ਦਾ ਭਾਵ ਇਹ ਵੀ ਬਣਦਾ ਹੈ ਕਿ ਜਦੋਂ ਅਕਾਲ ਪੁਰਖ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ ਤੇ ਜਿਹੜਾ ਸਾਡਾ ਮਨ ਹੈ, ਉਦੋਂ ਇਹਦੇ ਅੰਦਰ ਕਿਸੇ ਤਰ੍ਹਾਂ ਦੀ ਵਾਸਨਾ ਨਹੀਂ ਸੀ। ਉਹ ਤਾਂ ਜਦੋਂ ਬਾਅਦ ਹੌਲੀ ਹੌਲੀ ਸੰਸਾਰ ਵੱਲ ਪ੍ਰਵਿਰਤ ਹੋਏ, ਉਦੋਂ ਬਾਹਰੀ ਸੰਸਾਰ ਦਾ ਦਖਲ ਮਨ ਅੰਦਰ ਵਧਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿੱਧਾ ਮਾਰਗ ਦਾ ਭਾਵ ਜਿਵੇਂ ਦਾ ਤੇਰਾ ਆਰੰਭਕ ਜੀਵਨ ਸੀ, ਉਹਨੂੰ ਸਨਮੁਖ ਰੱਖ ਕੇ ਚੱਲਣਾ ਸ਼ੁਰੂ ਕਰ ਦੇ, ਤਾਂ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਬਣੀ ਰਹੇਗੀ। ਇਸ ਕਰਕੇ ਸਿੱਧਾ ਮਾਰਗ ਦਾ ਜ਼ਿਕਰ ਵੀ ਸਮਝਣਾ ਜ਼ਰੂਰੀ ਹੈ। ਸਿੱਧਾ ਮਾਰਗ ਦਾ ਭਾਵ ਇਹ ਹੈ ਜਿਹਨੂੰ ਚੱਲਦਿਆਂ, ਜਿਵੇਂ ਅਸੀਂ ਸਮਤਲ ਮਾਰਗ 'ਤੇ ਚੱਲੀਏ ਜਿਹੜਾ ਬਿਲਕੁਲ ਪੱਧਰਾ ਹੋਵੇ ਅਤੇ ਪੈਰ ਨੂੰ ਕੋਈ ਚੋਟ ਨਹੀਂ ਆਉਂਦੀ ਕਿਸੇ ਤਰੀਕੇ ਨਾਲ। ਸਿੱਧੇ ਮਾਰਗ ਦੇ ਉੱਪਰ ਕੋਈ ਟੋਆ ਆਦਿਕ ਨਾ ਹੋਣ ਕਰਕੇ ਵੀ ਚਿੱਕੜ ਆਦਿਕ ਵੀ ਨਹੀਂ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿੱਧਾ ਮਾਰਗ ਦਾ ਭਾਵ ਇਹ ਹੈ ਕਿ ਜਿਵੇਂ ਜਿਹੜਾ ਵਿੰਗਾ ਟੇਢਾ ਮਾਰਗ ਹੈ, ਜਿਵੇਂ ਮਨਮੁਖਤਾ ਦੇ ਮਗਰ ਚੱਲੇ ਹਾਂ, ਮਨਮੁਖਤਾ ਵਾਲਾ ਕੋਈ ਕੰਮ ਕਰਨ ਤੋਂ ਬਾਅਦ ਮਨ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਮੈਲਾ ਅਨੁਭਵ ਕਰੇਗਾ। ਇਸ ਕਰਕੇ ਉਹ ਟੇਢੇ ਮਾਰਗ ਦੀ ਨਿਸ਼ਾਨੀ ਹੈ। ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਐਸਾ ਇੱਕ ਅਨੁਭਵ ਆਪਣੇ ਸਲੋਕਾਂ ਦੇ ਅੰਦਰ ਬਖਸ਼ਿਸ਼ ਕੀਤਾ ਹੈ ਕਿ ਜਿਹੜੇ ਜੀਵਨ ਦੇ ਵਿੱਚ ਟਿੱਬੇ ਹਨ, ਟਿੱਬਿਆਂ ਵਰਗਾ ਜੀਵਨ ਜਿਹੜਾ ਉੱਚੇ ਹੁੰਦੇ ਹਨ, ਖੇਤ ਵਿੱਚ ਉਬੜ ਖਾਬੜ ਹੁੰਦੇ ਹਨ, ਉਹ ਸੁੱਕੇ ਰਹਿ ਜਾਂਦੇ ਹਨ, ਸਮਤਲ ਧਰਤੀ ਭਰ ਜਾਂਦੀ ਹੈ। ਕਿ ਜਿਹੜੇ ਮਨ ਨੇ ਨਿਮਰਤਾ, ਖਿਮਾ, ਸਹਿਜ ਵਾਲੇ ਗੁਣ ਧਾਰਨ ਕਰਕੇ ਮਾਲਕ ਦੇ ਮਾਰਗ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਦਾ ਜੀਵਨ ਭਗਤੀ ਸ਼ੁਭ ਗੁਣਾਂ ਦੇ ਨਾਲ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜੇ ਟੇਢੇ ਮਾਰਗ 'ਤੇ ਚੱਲਣ ਵਾਲੇ ਹਨ, ਨਿਤ ਉਸ ਮਾਰਗ ਦੀਆਂ ਚੋਟਾਂ ਨੂੰ ਸਹਾਰ ਕੇ ਆਪਣਾ ਜੀਵਨ ਖੁਆਰ ਕਰ ਲੈਂਦੇ ਹਨ। ਪਾਛੈ ਬਾਗ ਡਰਾਵਣੋ ਆਗੇ ਅਗਨ ਤਲਾਓ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਟੇਢੇ ਮਾਰਗ ਤੇ ਚੱਲਣਾ ਕਿਉਂ ਨਹੀਂ। ਜਿਵੇਂ ਟੇਢੇ ਮਾਰਗ ਦੀ ਇੱਕ ਸਾਨੂੰ ਬਾਣੀ ਦੇ ਵਿੱਚ ਜ਼ਿਕਰ ਮਿਲਦਾ ਹੈ, ਚਲਤ ਕਤ ਟੇਢੇ ਟੇਢੇ ਟੇਢੇ, ਅਸਤ ਚਰਮ ਬਿਸ਼ਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਡੇ। ਕਿ ਵਿਕਾਰਾਂ ਦੇ ਪ੍ਰੇਰੇ ਹੋਏ ਕੁਚੀਲਤਾ ਦੇ ਕੀੜੇ ਬਣ ਕੇ ਚੱਲ ਰਹੇ ਹੋ, ਇਹ ਜੀਵਨ ਦਾ ਟੇਢਾਪਣ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਟੇਢੇ ਮਾਰਗ ਤੇ ਚੱਲਣਾ ਕਿਉਂ ਨਹੀਂ। ਆਖਦੇ ਨੇ ਪਾਛੈ ਬਾਗ ਡਰਾਵਣੋ। ਜਦੋਂ ਟੇਢੇ ਮਾਰਗ ਤੇ ਵਿਕਾਰਾਂ ਦੇ ਮਾਰਗ ਤੇ ਚੱਲਾਂਗੇ ਤਾਂ ਉਹਦੇ ਚੱਲਣ ਤੋਂ ਬਾਅਦ ਜਿਹੜਾ ਪਿੱਛੇ ਹੈ ਬਾਗ ਡਰਾਵਣੋ, ਭਾਵ ਕਿ ਮਗਰ ਫਿਰ ਕਾਲ ਦਾ ਜਿਹੜਾ ਕਾਲ ਰੂਪ ਬਾਗ ਹੈ, ਮੌਤ ਰੂਪ ਬਾਗ ਹੈ, ਕਹਿੰਦੇ ਉਹ ਫਿਰ ਬੜੀ ਭਿਆਨਕ ਲੱਗਣ ਲੱਗ ਪੈਂਦੀ ਹੈ। ਕਿਉਂਕਿ ਆਪਣਾ ਜੀਵਨ ਵਿਕਾਰਾਂ ਦੀ ਭਟਕਣ ਕਰਕੇ ਬੜਾ ਭਾਰਾ ਹੋ ਜਾਂਦਾ ਹੈ। ਉਂਝ ਜਦੋਂ ਚੇਤਾ ਉਗਣਾ ਤੋਂ, ਵਿਕਾਰਾਂ ਤੋਂ, ਗੁਨਾਹਾਂ ਤੋਂ ਖਾਲੀ ਹੋਵੇ ਤਾਂ ਮ੍ਰਿਤੂ ਇੰਨੀ ਜ਼ਿਆਦਾ ਭੈਦਾਇਕ ਨਹੀਂ ਹੁੰਦੀ, ਕਿਉਂਕਿ ਪਤਾ ਹੈ ਜੀਵਨ ਨਿਰਭਾਰ ਹੈ। ਪਰ ਜਦੋਂ ਟੇਢੇ ਮਾਰਗ ਤੇ ਚੱਲੇ ਹਾਂ ਤੇ ਰੋਜ਼ਾਨਾ ਗੁਨਾਹ ਹੀ ਪੱਲੇ ਪੈਣਗੇ, ਅਵਗੁਣਾ ਦੋਸ਼ਾਂ ਦੇ ਨਾਲ ਹੀ ਜੀਵਨ ਭਰਦਾ ਜਾਏਗਾ। ਤੇ ਜਿੰਨਾ ਜ਼ਿਆਦਾ ਬੰਦੇ ਦਾ ਅੰਤਰੀਵ ਜੀਵਨ ਗੁਨਾਹਾਂ ਦੇ ਨਾਲ ਭਰਿਆ ਹੋਏਗਾ, ਅਵਗੁਣਾ ਦੇ ਨਾਲ ਲੱਦਿਆ ਹੋਏਗਾ, ਪਾਪਾਂ ਦੀ ਮੈਲ ਦੇ ਨਾਲ ਪੂਰੀ ਤਰ੍ਹਾਂ ਮੈਲਾ ਹੋਇਆ ਹੋਏਗਾ, ਓਨੀ ਜ਼ਿਆਦਾ ਮ੍ਰਿਤੂ ਉਹਦੇ ਲਈ ਭੈਦਾਇਕ ਹੋਏਗੀ। ਕਿਉਂਕਿ ਉਹਨੂੰ ਫਿਰ ਆਪਣੇ ਅੰਤਰੀਵੀ ਅਤੇ ਬਾਹਰੀ ਜੀਵਨ ਦਾ, ਇਸ ਕਰਕੇ ਜੀਵਨ ਦੇ ਵਿੱਚ ਇੱਕ ਜਦੋਂ ਜੀਵਨ ਦਾ ਜਿਹੜਾ ਜ਼ਿਕਰ ਕੀਤਾ ਕਿ ਜਿਹੜੇ ਬੰਦੇ ਦਾ ਅੰਤਰੀਵ ਵਿਕਾਰਾਂ ਦੇ ਨਾਲ ਭਾਰੀ ਹੋਵੇ, ਉਹਨੂੰ ਮ੍ਰਿਤੂ ਕਿਉਂ ਭੈਦਾਇਕ ਲੱਗਦੀ ਹੈ। ਉਹਨੂੰ ਇਸ ਕਰਕੇ ਭੈ ਲੱਗਦੀ ਹੈ, ਉਸ ਵਕਤ ਜਦ ਮ੍ਰਿਤੂ ਉਹਦੇ ਜੀਵਨ 'ਚ ਆਉਂਦੀ ਹੈ ਤਾਂ ਉਸ ਵਕਤ ਉਹਨੂੰ ਇਹ ਗੱਲ ਪ੍ਰਤੱਖ ਲੱਗ ਜਾਂਦੀ ਹੈ ਕਿ ਆਹ ਜਿਹੜਾ ਪੰਜ ਤੱਤ ਦਾ ਸਰੀਰ ਹੈ ਇਹ ਤਾਂ ਨਾਸ਼ ਹੋ ਜਾਏਗਾ, ਚਾਹੇ ਇਹਨੂੰ ਜਲਾ ਦੇਣਗੇ, ਚਾਹੇ ਇਹਨੂੰ ਦਬਾ ਦੇਣਗੇ, ਪਰ ਇਸੇ ਪੰਜ ਤੱਤ ਦੀ ਦੇਹ ਦੇ ਨਾਲ ਜਿਹੜਾ ਸੂਖਸ਼ਮ ਕਿਸਮ ਦਾ ਜੀਵਨ ਕਮਾਇਆ ਹੈ, ਭਾਵ ਕਿ ਇਸ ਪੰਜ ਤੱਤ ਦੇ ਨਾਲ ਜਿਹੜੀ ਵਾਸਨਾ ਦਾ ਬੜਾ ਵੱਡਾ ਕੱਦ ਬਣਾ ਲਿਆ ਹੈ, ਜਿਹੜੀ ਤ੍ਰਿਸ਼ਨਾ ਦੀ ਅਗਨ ਵਿੱਚ ਦਗਧ ਹੋ ਕੇ ਦਿਨ ਰਾਤ ਇਸ ਤਰ੍ਹਾਂ ਦੀ ਵਿਕਾਰੀ ਤ੍ਰਿਸ਼ਨਾ ਭੋਗੀ ਹੈ, ਦੇਹ ਤਾਂ ਜਲ ਜਾਏਗੀ, ਪਰ ਇਸ ਦੇਹ ਦੇ ਨਾਲ ਕਮਾਇਆ ਹੋਇਆ ਸੂਖਸ਼ਮ ਜੀਵਨ ਜਿਹੜਾ ਕਿਸੇ ਆਕਾਰ ਵਿੱਚ ਨਹੀਂ ਹੁੰਦਾ, ਉਹ ਨਹੀਂ ਜਲੇਗਾ। ਅਤੇ ਉਹਦੇ ਅਨੁਸਾਰ ਜਿਹੜਾ ਅਗਲਾ ਜੀਵਨ ਦਾ ਸਫ਼ਰ ਹੈ ਉਹ ਬੜਾ ਦੁਖਦਾਈ, ਬੜਾ ਭਿਅੰਕਰ ਹੋਣ ਵਾਲਾ ਹੈ। ਇਸ ਕਰਕੇ ਮੌਤ ਉਹਦੇ ਲਈ ਭਿਅੰਕਰ ਹੋ ਜਾਂਦੀ ਹੈ, ਭੈਦਾਇਕ ਹੋ ਜਾਂਦੀ ਹੈ। ਉਹਨੂੰ ਪਤਾ ਹੈ ਕਿ ਹੁਣ ਤਾਂ ਇਕੱਲਾ ਇਸ ਸਰੀਰ ਦੇ ਵਿੱਚ ਹੀ ਭਟਕਣ ਹੈ। ਹੁਣ ਜਦੋਂ ਦੇਹ ਛੁੱਟ ਗਈ, ਇਹਦੇ ਵਿੱਚ ਜਿੰਨੇ ਤਰ੍ਹਾਂ ਦੀ ਵਾਸਨਾ ਉਨੇ ਤਰ੍ਹਾਂ ਦੀਆਂ ਭਿਅੰਕਰ ਜੂਨਾਂ ਦੇ ਸਫ਼ਰ ਜਿਹੜੇ ਹਨ ਭੁਗਤਣੇ ਪੈਣਗੇ। ਇਸ ਕਰਕੇ ਮੌਤ ਉਹਦੇ ਲਈ ਭੈਦਾਇਕ ਹੋ ਜਾਂਦੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਕਿਹਾ ਨਾ, ਜ਼ਿਕਰ ਹੈ ਕਿ ਗੁਰ ਕੈ ਸ਼ਬਦ ਹੈ ਜੇ ਮਰੈ ਤਾਂ ਸਹਿਲਾ ਮਰਨਾ ਹੋਏ। ਕਿ ਜਿਨ੍ਹੇ ਆਪਣੀ ਹਉਮੈ ਵਾਲੀ ਹਸਤੀ ਦਾ ਨਿਵਾਰਨ ਕਰਕੇ ਗੁਰੂ ਸ਼ਬਦ ਦੀ ਓਟ ਨੂੰ ਪਕੜ ਲਿਆ ਅਤੇ ਆਪਣੇ ਅੰਤਰ ਨੂੰ ਸ਼ੁਭ ਕਰਮਾਂ ਦੇ ਨਾਲ ਉਜਲ ਕਰ ਲਿਆ, ਉਹਦਾ ਮਰਨਾ ਸਹਿਲ ਹੈ, ਕਿਉਂਕਿ ਉਹ ਨਿਰਭਾਰ ਹੈ, ਉਹਦੇ ਉੱਪਰ ਕੋਈ ਭਾਰ ਨਹੀਂ, ਉਹਨੂੰ ਕਿਸੇ ਤਰ੍ਹਾਂ ਦਾ ਬਾਅਦ ਦੇ ਵਿੱਚ ਉੱਤਰਦਾਇਤਵ ਨਹੀਂ ਦੇਣਾ ਪਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਾਛੈ ਬਾਗ ਡਰਾਵਣੋ। ਹੁਣ ਇਹਦਾ ਵਿੱਚ ਇੱਕ ਪਾਛੈ ਬਾਗ ਡਰਾਵਣੋ ਦਾ ਇਹ ਵੀ ਭਾਵ ਹੈ ਕਿ ਜਦੋਂ ਬੰਦਾ ਗੁਰਮੁਖਤਾ ਵੱਲ ਇੱਕ ਕਦਮ ਵਧਾਉਂਦਾ ਹੈ, ਉਦੋਂ ਚਿੱਤ ਦੇ ਵਿੱਚ ਇੱਕ ਪਵਿੱਤਰ ਕਿਸਮ ਦਾ ਉਤਸ਼ਾਹ ਬਣਦਾ ਹੈ। ਜਿਵੇਂ ਬੰਦਾ ਕੋਈ ਗੁਰੂ ਘਰ ਆਉਂਦਾ ਹੋਵੇ, ਨਿਰੰਤਰ ਕਥਾ ਸ਼ਰਵਣ ਕਰਦਾ ਹੋਵੇ, ਗੁਰੂਦੁਆਰ ਹਾਜ਼ਰੀ ਭਰਦਾ ਹੋਵੇ, ਅਤੇ ਇਹ ਕਰਮ ਮਨ ਦੇ ਵਿੱਚ ਪਵਿੱਤਰਤਾ ਦਾ ਸੰਚਾਰ ਕਰਦੇ ਨੇ। ਮੂਲ ਰੂਪ ਦੇ ਵਿੱਚ ਭਾਵੇਂ ਬੰਦਾ ਮੈਲਾ ਹੀ ਕਿਉਂ ਨਾ ਹੋਵੇ, ਪਰ ਇਹ ਕਰਮ ਬੰਦੇ ਨੂੰ ਪਵਿੱਤਰ ਕਰਦੇ ਹਨ। ਪਰ ਦੂਜੇ ਕਰਮ ਜਿਹੜੇ ਵਿਕਾਰਾਂ ਵਾਲੇ ਹਨ, ਜੇ ਉਹ ਥੋੜ੍ਹੇ ਜਿਹੇ ਵੀ ਕਰ ਲੈਣ ਅਤੇ ਉਹ ਕਈ ਵਾਰੀ ਜ਼ਿੰਦਗੀ ਭਰ ਬੰਦੇ ਨੂੰ ਮਾਨਸਿਕ ਰੂਪ ਦੇ ਵਿੱਚ ਦੁੱਖ ਦਿੰਦੇ ਰਹਿੰਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਾਛੈ ਬਾਗ ਡਰਾਵਣੋ, ਕਿ ਜਦੋਂ ਟੇਢੇ ਮਾਰਗ 'ਤੇ ਚੱਲੇਗਾ ਫਿਰ ਜਿਹੜਾ ਮੌਤ ਰੂਪ ਦਾ ਕਸ਼ਟ ਹੈ ਉਹ ਬਾਗ ਦੇ ਰੂਪ ਦੇ ਵਿੱਚ ਜਿਹੜਾ ਹੈ ਤੈਨੂੰ ਡਰਾਉਣ ਲੱਗ ਪਏਗਾ। ਆਗੈ ਅਗਨ ਤਲਾਓ, ਅਤੇ ਜੇ ਵਿਕਾਰਾਂ ਦੇ ਟੇਢੇ ਮਾਰਗ 'ਤੇ ਅੱਗੇ ਹੀ ਵੱਧਦਾ ਗਿਆ ਅਤੇ ਅੱਗੇ ਜਿਹੜੇ ਅੱਗ ਦੇ ਤਲਾਅ ਹਨ, ਭਾਵ ਕਿ ਅੱਗ ਦੇ ਭਰੇ ਹੋਏ ਸਰੋਵਰ ਹਨ। ਅੱਗ ਦੇ ਭਰੇ ਹੋਏ ਸਰੋਵਰਾਂ ਦਾ ਭਾਵ ਕਿ ਹੁਣ ਜਿਵੇਂ ਦੀ ਵਾਸਨਾ ਦੇ ਵਿੱਚ ਤੂੰ, ਕਿਉਂਕਿ ਟੇਢੇ ਮਾਰਗ 'ਤੇ ਨਿਰੀ ਵਾਸਨਾ ਹੈ, ਕਦੀ ਕ੍ਰੋਧ ਦੀ, ਕਦੇ ਕਾਮ ਦੀ,
ਫਿਰ ਇਹ ਜਿਹੜਾ ਜੀਵਨ ਹੈ ਉਸ ਵਾਸਨਾ ਕਰਕੇ ਫਿਰ ਜਨਮ ਹੋਏਗਾ, ਅਤੇ ਉਹ ਜਿਹੜੇ ਜਨਮ ਦਾ ਸਾਰੇ ਸਿਲਸਿਲੇ ਹਨ ਉਹ ਬੜੇ ਭਿਅੰਕਰ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਗੈ ਅਗਨ ਤਲਾਓ, ਜਿਵੇਂ ਅੱਗ ਦੇ ਤਲਾਅ ਦੇ ਵਿੱਚ ਬੰਦੇ ਨੂੰ ਸੁੱਟ ਦਈਏ ਅਤੇ ਉਹ ਠਹਿਰ ਨਹੀਂ ਸਕਦਾ, ਬਾਰ-ਬਾਰ ਗਰਕ ਹੁੰਦਾ ਜਾਏਗਾ। ਇੰਝ ਜਦੋਂ ਵਾਸਨਾ ਦੀ ਗਹਿਰੀ ਖਾਈ ਵਿੱਚ ਜੀਵ ਜਾ ਗਿਰਦਾ ਹੈ, ਫਿਰ ਉਹਦੇ ਜੀਵਨ ਦੀ ਕੋਈ ਰੱਖਿਆ ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਡੀਗ ਨਾ ਡੋਲੀਐ। ਹੁਣ ਇੱਕ ਮਸਲਾ ਗੁਰਬਾਣੀ ਦੀ ਜੇ ਸਲੋਕ ਦੀ ਵਿਚਾਰ ਕਰੇ, ਇਹਦੇ ਵਿੱਚੋਂ ਇਹ ਵੀ ਬਣਦਾ ਹੈ ਕਿ ਜਿਹੜੀ ਅਸੀਂ ਅਧਿਆਤਮਿਕ ਸਾਧਨਾ ਕਰਦੇ ਹਾਂ ਉਹਦਾ ਕੇਂਦਰ ਬਿੰਦੂ ਕੀ ਹੈ। ਹੁਣ ਕਿਸੇ ਵਿਦਿਆਰਥੀ ਨੇ ਵਿੱਦਿਆ ਗ੍ਰਹਿਣ ਕਰਨੀ ਹੈ, ਉਹਦਾ ਕੇਂਦਰ ਉਹਦੀ ਬੁੱਧੀ ਹੈ, ਉਹਦੀ ਯਾਦਾਸ਼ਤ ਹੈ, ਉਹਦੀ ਸਮਝ ਹੈ। ਕਿ ਜੇ ਵਿੱਦਿਆ ਦਾ ਸਾਰਾ ਪਾਠ ਉਹਦੀ ਸਮਝ ਵਿੱਚ, ਉਹਦੀ ਬੁੱਧੀ ਦੇ ਵਿੱਚ, ਉਹਦੀ ਯਾਦਾਸ਼ਤ ਵਿੱਚ ਪ੍ਰਵੇਸ਼ ਕਰ ਗਿਆ ਤਾਂ ਉਹ ਉਹਦੇ ਜੀਵਨ ਭਰ ਦੀ ਪੂੰਜੀ ਬਣ ਜਾਏਗਾ। ਇਸ ਕਰਕੇ ਅਧਿਆਤਮਿਕ ਦੀ ਸਾਰੀ ਸਾਧਨਾ ਮਨ ਦੇ ਉੱਪਰ ਕੇਂਦਰਿਤ ਹੈ। ਕੱਲ੍ਹ ਵੀ ਜ਼ਿਕਰ ਹੋਇਆ ਸੀ ਕਿ ਜਿਹੜੇ ਆਪਣੇ ਮਨ ਦੇ ਦ੍ਰਸ਼ਟਾ ਹੋ ਜਾਂਦੇ ਹਨ ਉਹੀ ਆਪਣੇ ਮਨ ਦੀ ਠੀਕ ਢੰਗ ਦੇ ਨਾਲ ਰਹਿਨੁਮਾਈ ਕਰ ਸਕਦੇ ਹਨ ਗੁਰੂ ਸ਼ਬਦ ਦੀ ਓਟ ਲੈ ਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਗੈ ਅਗਨ ਤਲਾਓ, ਸਹਿ ਸਹਿ ਜੀਅਰਾ ਪਰ ਰਹਿਆ, ਮਾ ਕਉ ਅਵਰ ਨ ਢੰਗ। ਪਹਿਲੀਆਂ ਦੋ ਹਾਲਤਾਂ ਗੁਰੂ ਸਾਹਿਬ ਜੀ ਨੇ ਦੱਸੀਆਂ ਕਿ ਜਦੋਂ ਟੇਢੇ ਮਾਰਗ 'ਤੇ ਚੱਲੀਏ ਹੁੰਦਾ ਕੀ, ਪਹਿਲੇ ਵਾਕ ਦੇ ਵਿੱਚ ਸੁਚੇਤ ਕੀਤਾ ਕਿ ਟੇਢੇ ਮਾਰਗ ਦੀ ਬਜਾਏ ਭਗਤੀ ਦਾ ਸਿੱਧਾ ਮਾਰਗ ਪਕੜੋ। ਪਰ ਦੂਜੀ ਨਾਲ ਸੁਚੇਤ ਕਰ ਦਿੱਤਾ ਕਿ ਜੇ ਟੇਢੇ ਮਾਰਗ 'ਤੇ ਚੱਲੋਗੇ ਤਾਂ ਹੋਏਗਾ ਕੀ। ਹੁਣ ਫਿਰ ਗੁਰੂ ਸਾਹਿਬ ਜੀ ਜਗਿਆਸੂ ਦੀ ਅੰਤਰ ਅਵਸਥਾ ਜਿਹੜੀ ਦੁਬਿਧਾ ਵਿੱਚ ਫਸ ਗਈ ਹੈ ਉਹਦਾ ਜ਼ਿਕਰ ਕਰ ਰਹੇ ਹਨ। ਸਹਿ ਸਹਿ ਜੀਅਰਾ ਪਰ ਰਹਿਆ, ਮਾ ਕਉ ਅਵਰ ਨਾ ਢੰਗ। ਕੀ ਕਰਾਂ, ਜੋਬਨ ਅਵਸਥਾ ਹੈ, ਵਿਕਾਰਾਂ ਦੇ ਉਤੇਜਿਤ ਰਸ ਬੜੇ ਚੰਗੇ ਲੱਗਦੇ ਹਨ। ਇਹ ਜੀਵਨ ਦਾ ਇੱਕ ਪੱਖ। ਦੂਜਾ ਪੱਖ ਹੈ ਕਿ ਇਹੀ ਅਵਸਥਾ, ਇਹਦੇ ਵਿੱਚ ਸੇਵਾ ਸਿਮਰਨ ਧਰਮ ਦਾ ਸ਼ੁਭ ਚਿੰਤਨ ਜ਼ਿਆਦਾ ਵਧੀਆ ਹੋ ਸਕਦਾ, ਕਿਉਂਕਿ ਦੇਹ ਦੇ ਵਿੱਚ ਬਲ ਹੈ, ਅਜੇ ਬੁੱਧ ਨਰੋਈ ਹੈ, ਸੁਰਤ ਜਿਹੜੀ ਅਜੇ ਜ਼ਿਆਦਾ ਬਲਸ਼ਾਲੀ ਹੈ। ਕਹਿੰਦੇ ਸਹਿ ਸਹਿ ਜੀਅਰਾ ਪਰ ਰਿਹਾ, ਕਿ ਸੰਸ਼ੇ ਵਿੱਚ ਪੈ ਗਿਆ ਹੈ ਕਿ ਆਪਣੀ ਜੋਬਨ ਅਵਸਥਾ ਦਾ ਪ੍ਰਯੋਗ ਜਾਂ ਆਪਣੇ ਜੀਵਨ ਦਾ ਪ੍ਰਯੋਗ ਵਿਕਾਰਾਂ ਦੇ ਅਲਪ ਅਤੇ ਬਿਖ ਰਸਾਂ ਦੇ ਲਈ ਕਰਾਂ ਕਿ ਜਾਂ ਇਹਦਾ ਜੀਵਨ ਦਾ ਪ੍ਰਯੋਗ ਭਗਤੀ ਦੇ ਸ਼ਾਂਤ ਅਤੇ ਸਹਿਜ ਅਤੇ ਅੰਮ੍ਰਿਤ ਰਸ ਦੇ ਲਈ ਕਰਾਂ। ਕਹਿੰਦੇ ਦੁਬਿਧਾ 'ਚ ਮਨ ਫਸ ਗਿਆ ਹੈ। ਕਾ ਜਿਹੜਾ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਭਾਈ ਬੰਦੀ ਹੇਤ ਚੁਕਾਇਆ, ਉਹਦਾ ਭਾਵ ਵੀ ਇਹੀ ਹੈ ਕਿ ਜਦੋਂ ਬੰਦਾ ਬਾਹਰਮੁਖੀ ਜਗਤ ਵੱਲ ਪ੍ਰਵਿਰਤ ਹੋ ਜਾਂਦਾ ਹੈ ਉਦੋਂ ਲੱਗਦਾ ਬਾਹਰਲਾ ਜਗਤ ਹੀ ਸੱਚ ਹੈ, ਇਹਦੇ ਨਾਲ ਹੀ ਸੰਬੰਧ ਬਣਾ ਕੇ ਰੱਖੀਏ, ਜੀਵਨ ਦੀ ਬਾਤ ਬਣ ਜਾਏਗੀ। ਪਰ ਕਹਿੰਦੇ ਜਦੋਂ ਬਾਹਰੀ ਜਗਤ ਦਾ ਭਰਮ ਟੁੱਟਦਾ ਆਪਣੀ ਦੇਹ ਮਿਟਣ ਦੇ ਨਾਲ, ਫਿਰ ਅੰਦਰੂਨੀ ਜਗਤ ਦਾ ਪਤਾ ਲੱਗਦਾ ਹੈ, ਅੰਦਰੂਨੀ ਜੀਵਨ ਦੀ ਉੱਚਤਾ ਦਾ ਪਤਾ ਲੱਗਦਾ ਹੈ। ਪਰ ਉਦੋਂ ਤੱਕ ਜੀਵਨ ਦੀ ਬਾਤ ਜਿਹੜੀ ਪੱਲਿਓਂ ਨਿਕਲ ਚੁੱਕੀ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਹਿ ਸਹਿ ਜੀਅਰਾ ਪਰ ਰਹਿਓ। ਹੁਣ ਸੰਸਾ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੀ ਵਾਕ ਆਉਂਦੇ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੰਸਾ ਇਹੋ ਸੰਸਾਰ ਹੈ, ਕਿ ਸੰਸਾਰ ਹੀ ਸੰਸਾ ਹੈ। ਭਾਵ ਕਿ ਸੰਸ਼ੇ ਦਾ ਭਾਵ ਕਿ ਦੋ ਦ੍ਰਿਸ਼ਟੀ, ਦੋ ਜਿਹੜੇ ਪੱਖ ਹਰ ਸਾਹਮਣੇ ਰਹਿਣੇ ਅਤੇ ਦੋਵੇਂ ਹੀ ਸੱਚ ਲੱਗਣੇ, ਪਰ ਹੋਣਾ ਉਹਦੇ ਵਿੱਚੋਂ ਸੱਚ ਇੱਕੋ ਹੀ ਹੈ। ਜਿਵੇਂ ਬੰਦੇ ਨੂੰ ਲੱਗੇ ਕਿ ਵਿਕਾਰਾਂ ਨੂੰ ਭੋਗ ਕੇ ਜੀਵਨ ਦੀ ਮੁਕਤੀ ਮਿਲ ਜਾਏਗੀ, ਕਈ ਵਾਰੀ ਇਹੀ ਸੱਚ ਲੱਗਦਾ ਹੈ, ਪਰ ਇਹ ਵੀ ਸੱਚ ਹੈ। ਪਰ ਇਹ ਸੱਚ ਜਦੋਂ ਆਪਣੇ ਅੰਤਮ 'ਤੇ ਪਹੁੰਚੇਗਾ ਤਾਂ ਝੂਠ ਬਣ ਜਾਏਗਾ। ਪਰ ਦੂਜੇ ਪਾਸੇ ਜਿਹੜਾ ਭਗਤੀ ਦਾ ਰਸ ਹੈ ਉਹ ਜਦੋਂ ਆਪਣੇ ਸਿਖਰ 'ਤੇ ਪਹੁੰਚੇਗਾ ਤਾਂ ਮਨੁੱਖ ਨੂੰ ਆਪਣੀ ਦੇਹ ਦੀ ਹੰਗਤਾ ਵੀ ਵਿਸਰ ਜਾਏਗੀ, ਕਰਮਸ਼ੀਲਤਾ ਦਾ ਸਾਰਾ ਭਾਰ ਵੀ ਉਹਦੇ ਤੋਂ ਲੈ ਜਾਏਗਾ, ਉਹ ਨਿਰਮਲ ਜੋਤ ਸਰੂਪ ਹੋ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਹਿ ਸਹਿ ਜੀਅਰਾ ਪਰ ਰਹਿਓ। ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਨਾ ਬਾਣੀ 'ਚ ਇੱਕ ਅਨੁਭਵ ਆਉਂਦਾ ਹੈ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਕਹਿੰਦੇ ਕਿ ਕੋਈ ਨਦੀ ਵਗ ਰਹੀ ਸੀ, ਅਜੇ ਉਹਦਾ ਪਾਣੀ ਬਰਾਬਰ ਸੀ, ਬਹੁਤਾ ਉੱਚਾ ਨਹੀਂ ਸੀ, ਛੱਲਾਂ ਨਹੀਂ ਸੀ ਪਾਣੀ ਵਿੱਚ ਚੱਲ ਰਹੀਆਂ, ਵਹਾਓ ਵੀ ਬੜਾ ਆਰਾਮ ਨਾਲ ਸੀ। ਇੱਕ ਬਜ਼ੁਰਗ ਉੱਥੇ ਆ ਕੇ ਖਲੋ ਗਿਆ। ਉਹਨੇ ਸੋਚਿਆ ਕਿ ਪਾਣੀ ਜਿਹੜਾ ਹੋਰ ਥੋੜ੍ਹਾ ਠਹਿਰਾਓ ਵਿੱਚ ਹੋ ਜਾਵੇ, ਹੋਰ ਥੋੜ੍ਹਾ ਨੀਵਾਂ ਹੋ ਜਾਏ ਤਾਂ ਫਿਰ ਨਦੀ ਨੂੰ ਪਾਰ ਲੰਘਾਂਗਾ। ਇਸ ਵਿਚਾਰ ਦੇ ਵਿੱਚ ਪੈ ਗਿਆ। ਪਰ ਹੋਇਆ ਕਿ ਇਸ ਵਿਚਾਰ ਦੇ ਵਿੱਚ ਪਿਆ ਜਲ ਦਾ ਸਤਰ ਇੰਚ ਇੰਚ ਕਰਕੇ ਵਹਾਓ ਤੇਜ਼ ਹੁੰਦਾ ਗਿਆ ਅਤੇ ਉਹਦੇ ਲਈ ਫਿਰ ਉਹ ਜਿਹੜੀ ਨਦੀ ਲੰਘਣੀ ਮੁਸ਼ਕਿਲ ਹੋ ਗਈ।
ਫਿਰ ਆਪਣੀ ਸੋਚ ਨੂੰ ਮੁੜ ਕੇ ਆਪਣੇ ਆਪ ਵਿੱਚ ਦੁਖੀ ਹੋਵੇ ਕਿ ਜਦੋਂ ਆਇਆ ਸਾਂ ਨਾ ਬਹੁਤੀ ਵਿਚਾਰ ਵਿੱਚ ਪੈਂਦਾ ਜਲ ਇਹਦੇ ਨਾਲੋਂ ਤਾਂ ਪਹਿਲਾਂ ਥੋੜ੍ਹਾ ਸੀ, ਅੱਜ ਹੁਣ ਤੋਂ 5-7 ਮਿੰਟ ਪਹਿਲਾਂ ਤਾਂ ਨੀਵਾਂ ਸੀ ਥੋੜ੍ਹਾ ਅਤੇ ਆਰਾਮ ਨਾਲ ਲੰਘਿਆ ਜਾ ਸਕਦਾ ਸੀ, ਹੁਣ ਤਾਂ ਜਲ ਦਾ ਸਤਰ ਵੱਧ ਗਿਆ ਹੈ, ਹੁਣ ਨਹੀਂ ਲੰਘਿਆ ਜਾਣਾ। ਕਹਿੰਦੇ ਇੰਨੇ ਚਿਰ ਨੂੰ ਮਗਰੋਂ ਨੌਜਵਾਨ ਆਏ ਜਿਨ੍ਹਾਂ ਦੇ ਸਰੀਰ 'ਚ ਬਲ ਸੀ, ਉਹਨਾਂ ਕੋਈ ਵਿਚਾਰ ਨਹੀਂ ਕੀਤੀ ਕਿ ਜਦ ਜਲ ਦਾ ਸਤਰ ਵੱਧ ਗਿਆ ਹੈ ਕਿ ਜਦੋਂ ਇਹ ਬਜ਼ੁਰਗ ਆਇਆ ਸੀ ਉਦੋਂ 5 ਇੰਚ ਨੀਵਾਂ ਸੀ, ਹੁਣ 5 ਇੰਚ ਉੱਚਾ ਹੋ ਗਿਆ ਹੈ। ਕਹਿੰਦੇ ਨੌਜਵਾਨਾਂ ਨੇ ਇਸ ਗੱਲ ਦੀ ਫਿਕਰ ਨਹੀਂ ਕੀਤੀ, ਦਵਾ ਦਵ ਲੰਘ ਗਏ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸੇਖ ਹਯਾਤੀ ਜਗ ਨਾ ਕੋਈ ਥਿਰ ਰਹੇ। ਇਸ ਕਰਕੇ ਆਖਦੇ ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜੋਬਨ ਅਵਸਥਾ ਸ਼ੁਰੂ ਹੋਈ ਹੈ, ਸਰੀਰ ਦਾ ਬਲ ਜੇ ਸਿਖਰ 'ਤੇ ਗਿਆ ਅਤੇ ਹੌਲੀ ਹੌਲੀ ਬਾਹਰਮੁਖੀ ਜਗਤ ਦੇ ਪ੍ਰਤੀ ਜਿਹੜੇ ਆਪਣੇ ਕਰਮ ਇੰਦਰੀਆਂ ਦੇ ਨਾਲ ਅਗਿਆਨ ਭਰਿਆ ਆਕਰਸ਼ਣ ਬਣਨਾ, ਉਹਦੇ ਨਾਲ ਵਿਕਾਰਾਂ ਦੀ ਆਮਦ ਵੀ ਹੋਣੀ। ਇਸ ਕਰਕੇ ਆਪਣੇ ਜੀਵਨ ਰੂਪ ਬੇੜੇ ਨੂੰ ਵਿਕਾਰਾਂ ਦੀਆਂ ਛੱਲਾਂ ਉੱਠਣ ਤੋਂ ਪਹਿਲਾਂ ਹੀ ਠੇਲਣ ਦਾ ਯਤਨ ਕਰੋ ਤਾਂ ਕਿ ਸਮੇਂ ਸਿਰ ਪਾਰ ਲੱਗ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਸਹਿ ਜੀਅਰਾ ਪਰ ਰਿਹਾ, ਕਿ ਮਨ ਦੁਬਿਧਾ ਵਿੱਚ ਫਸ ਗਿਆ ਹੈ ਅਤੇ ਫਸਿਆ ਹੀ ਰਹਿੰਦਾ ਹੈ। ਸਾਡੇ ਕੋਲ ਜੀਵਨ ਦੀਆਂ 3 ਅਵਸਥਾਵਾਂ ਨੇ ਅਤੇ ਧਰਮ ਦੇ ਸੱਦ ਮਾਰਗ 'ਤੇ ਚੱਲਣ ਦਾ ਚਿੰਤਨ ਪਤਾ ਕਿਹੜੀ ਅਵਸਥਾ ਵਿੱਚ ਪੈਦਾ ਹੁੰਦਾ? ਆਮ ਕਰਕੇ ਬਿਰਧ ਅਵਸਥਾ ਦੇ ਵਿੱਚ, ਜਦੋਂ ਸਰੀਰ ਵਿੱਚ ਕੋਈ ਬਲ ਨਹੀਂ ਰਹਿ ਜਾਂਦਾ। ਜਿਹੜੀ ਬਾਲ ਅਵਸਥਾ ਉਹ ਤਾਂ ਵੈਸੇ ਬੰਦੇ ਦੀ ਖਾਣ ਪੀਣ 'ਚ ਖਚਿਤ ਹੋ ਜਾਂਦੀ ਹੈ। ਜੋਬਨ ਅਵਸਥਾ ਵਿਕਾਰਾਂ ਵੱਲ ਜਾਂ ਉਤੇਜਿਤ ਰਸਾਂ ਵੱਲ ਖਚਿਤ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਹਿ ਜੀਅਰਾ ਪਰ ਰਹਿਆ, ਕਿ ਦੁਬਿਧਾ ਵਿੱਚ ਸੰਸ਼ੇ ਵਿੱਚ ਫਸਿਆ ਹੈ ਕਿ ਇਸ ਤਰਫ ਚੱਲਾਂ ਕਿ ਉਸ ਤਰਫ ਚੱਲਾਂ। ਬਾਬਾ ਬੁੱਲੇ ਸ਼ਾਹ ਦੇ ਜੀਵਨ 'ਚ ਇੱਕ ਬਾਤ ਮਿਲਦੀ, ਕਹਿੰਦੇ ਉਹ ਗਿਆਨ ਦਾ ਅਨੁਭਵ। ਕਹਿੰਦੇ ਉਹ ਘਰ ਦੇ ਵਿੱਚੋਂ ਨਿਕਲਣ ਲੱਗੇ ਇੱਕ ਦਫਾ, ਤਾਂ ਅੱਗੇ ਕੋਈ ਇਸਤਰੀ ਜਿਹੜੀ ਸੀ ਉਹ ਬਾਲਣ ਚੁੱਕੀ ਆ ਰਹੀ ਸੀ ਜਾਂ ਕੋਈ ਵਸਤ ਸਿਰ 'ਤੇ ਉਠਾਈ ਹੋਈ ਸੀ। ਉਹ ਜਦੋਂ ਲੰਘਣ ਲੱਗੇ ਰਾਹ ਦੇਣ ਦੇ ਬਹਾਨੇ ਜਿਸ ਤਰਫ ਉਹ ਉਸੇ ਤਰਫ ਇਸਤਰੀ ਹੋ ਗਈ। ਫਿਰ ਦੂਜੀ ਤਰਫ ਹੋਣ ਲੱਗੇ, ਉਹ ਵੀ ਇਸਤਰੀ ਉਸ ਤਰਫ ਹੋ ਗਈ। ਉਹ 2 ਕੁ ਵਾਰੀ ਇੰਜ ਹੋਇਆ, ਤੀਜੀ ਵਾਰੀ ਉਹਨੇ ਖਿੱਚ ਕੇ ਕਹਿ ਦਿੱਤਾ ਕਿ ਇੱਕ ਪਾਸੇ ਨਹੀਂ ਹੋਇਆ ਜਾਂਦਾ ਤੇਰੇ ਕੋਲ। ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਉਹਦੇ ਧੰਨਵਾਦ 'ਚ ਆ ਗਏ ਕਿ ਮੈਨੂੰ ਇਹਨੇ ਗਿਆਨ ਦਾ ਸੂਤਰ ਦੇ ਦਿੱਤਾ ਹੈ ਕਿ ਇੱਕ ਤਰਫ ਹੋ ਕੇ ਚੱਲਣਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਹਿ ਜੀਅਰਾ ਪਰ ਰਹਿਓ, ਕਿ ਮਨ ਸੰਸ਼ੇ ਵਿੱਚ ਪਿਆ ਹੋਇਆ ਕੀ ਕਰਾਂ, ਕਿ ਜੋਬਨ ਅਵਸਥਾ ਦੇ ਵਿੱਚ ਵਿਕਾਰਾਂ ਦੇ ਰਸ ਭੋਗਾਂ, ਕਿ ਚੌਂਕੜਾ ਮਾਰ ਕੇ ਅਭਿਆਸ ਕਰਕੇ ਆਪਣੇ ਚਿੱਤ ਨੂੰ ਸ਼ਾਂਤ ਥਿਰ ਸਹਿਜ ਦੇ ਵੱਲ ਪ੍ਰਵਿਰਤ ਕਰਾਂ। ਕਹਿੰਦੇ ਦੁਬਿਧਾ ਵਿੱਚ ਫਸਿਆ ਹੋਇਆ ਮਨ, ਔਰ ਇਹ ਹਰ ਅਵਸਥਾ ਵਿੱਚ ਫਸਿਆ ਰਹਿੰਦਾ। ਬੜੀ ਤਰਾਸਦੀ ਹੈ ਬੰਦੇ ਦੀ। ਜਵਾਨੀ ਦੇ ਵਿੱਚ ਵੀ ਸੰਸਾ ਹੈ, ਬੁਢਾਪੇ ਵਿੱਚ ਵੀ ਸੰਸਾ ਹੈ ਕਿ ਆਪਣਾ ਜਿਹੜਾ ਤਨ ਹੁਣ ਚੱਲਣ ਤੋਂ ਅਸਮਰੱਥ ਰਹਿ ਗਿਆ ਹੈ, ਇਹਨੂੰ ਘਰ ਦੇ ਕਿਸੇ ਟੁਕੜੇ ਵਿੱਚ ਮੰਜੇ 'ਤੇ ਪਾ ਛੱਡਾਂ ਕਿ ਇਹਨੂੰ ਗੁਰ ਹਜ਼ੂਰੀ ਵਿੱਚ ਲੈ ਜਾਵਾਂ। ਇਹ ਵੀ ਸੰਸਾ ਬੰਦਿਆਂ ਨੂੰ ਬਣਿਆ ਰਹਿੰਦਾ। ਜਿਹੜੇ ਬੰਦੇ ਦਾ ਬਿਰਧ ਅਵਸਥਾ ਵੀ ਸੰਸੇ ਵਿੱਚ ਬੀਤ ਜਾਂਦੀ ਹੈ, ਸਮਝ ਲਓ ਜੀਵਨ ਦੀ ਬਾਜੀ ਹਾਰ ਗਿਆ। ਬਿਰਧ ਅਵਸਥਾ ਦੇ ਵਿੱਚ ਘੱਟੋ ਘੱਟ ਵੈਸੇ ਤਾਂ ਨਿਰਣਾ ਆਰੰਭ ਵਿੱਚ ਹੀ ਕਰ ਲੈਣਾ ਚਾਹੀਦਾ ਕਿ ਮਾਲਕ ਦੀ ਤਰਫ ਚੱਲਾਂਗੇ, ਪਰ ਜੇ ਬੁਢਾਪੇ ਦੇ ਵਿੱਚ ਵੀ ਨਿਰਣਾ ਕਰ ਸਕੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਐਸਾ ਅਨੁਭਵ ਬਖਸ਼ਿਸ਼ ਕੀਤਾ ਹੈ ਕਿ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨ ਲੱਗੀ, ਜੇ ਲੋਚੈ ਸਭ ਕੋਏ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਜੇ ਬੁਢਾਪੇ ਵਿੱਚ ਵੀ ਚਿੰਤਨ ਜਾਗ ਪਏ ਤਾਂ ਵੀ ਚੰਗਾ ਹੈ, ਪਰ ਉੱਥੇ ਜਾ ਕੇ ਵੀ ਨਹੀਂ ਜਾਗਦਾ, ਉੱਥੇ ਵੀ ਸੰਸਾ ਬਣਿਆ ਰਹਿੰਦਾ ਹੈ। ਕੀ ਸੰਸਾ ਬਣਿਆ ਰਹਿੰਦਾ ਹੈ ਕਿ ਜੇ ਮੈਂ ਹੁਣ ਯਤਨ ਕਰਾਂਗਾ ਕੀ ਮੈਂ ਸਿਖਰ ਤੱਕ ਪੁੱਜ ਜਾਵਾਂਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਹਿ ਜੀਅਰਾ ਪਰ ਰਹਿਆ, ਮਾਂ ਕਉ ਅਵਰ ਨਾ ਢੰਗ, ਕਿ ਮੇਰੇ ਕੋਲ ਕੋਈ ਐਸਾ ਢੰਗ ਨਹੀਂ, ਹੁਣ ਇਸ ਦੁਬਿਧਾ ਦੇ ਵਿੱਚੋਂ ਨਿਕਲਾ ਕਿਵੇਂ। ਸੰਸਾਰ ਵੀ ਆਪਣੇ ਆਪ ਦੇ ਵਿੱਚ ਸੱਚ ਲੱਗਦਾ ਹੈ, ਪਰ ਗਿਆਨ ਦੀ ਪਰਮ ਬਾਤ ਆਖਦੀ ਕਿ ਸੱਚ ਨਹੀਂ ਹੈ, ਇਹ ਸੱਚ ਦਾ ਦਿਖਾਵਾ ਹੋ ਰਿਹਾ, ਛਲਾਵਾ ਹੋ ਜਾਏਗਾ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਮਾਂ ਕੋ ਅਵਰ ਨਾ ਢੰਗ, ਫਿਰ ਕਿਹੜਾ ਐਸਾ ਢੰਗ ਅਪਣਾਈਏ ਕਿ ਸੰਸ਼ੇ ਤੋਂ ਬਾਹਰ ਆ ਜਾਈਏ, ਕਿ ਸੰਸ਼ੇ ਤੋਂ ਬਾਹਰ ਆ ਕੇ ਜੀਵਨ ਦਾ ਇੱਕ ਸਪਸ਼ਟ ਮਾਰਗ ਦਿਖ ਪਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰਮੁਖ ਛੁੱਟੀ ਹੈ ਹਰ ਪ੍ਰੀਤਮ ਸਿਉ ਸੰਗ। ਤਾਂ ਕਹਿੰਦੇ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨਾਨਕ ਗੁਰਮੁਖ ਛੁੱਟੀ ਹੈ। ਅਤੇ ਨਾਨਕ ਗੁਰਮੁਖ ਦਾ ਇੱਥੇ ਭਾਵ ਇਹ ਹੈ ਕਿ ਗੁਰਮੁਖਤਾ ਦਾ ਉਹ ਸਾਰਾ ਅਭਿਆਸ,
ਹੁਣ ਸੰਸ਼ੇ ਤੋਂ ਛੁੱਟਣਾ ਹੋਵੇ ਤਾਂ ਕੀ ਕਰਨਾ ਪਏਗਾ? ਜਿਸ ਕਿਸ ਬੰਦੇ ਅੰਦਰ ਦੁਬਿਧਾ ਪੈਦਾ ਹੋ ਜਾਵੇ ਕਿਸੇ ਵਿਸ਼ੇ ਨੂੰ ਲੈ ਕੇ, ਕਿਸੇ ਜੀਵਨ ਦੇ ਪੱਖ ਨੂੰ ਲੈ ਕੇ, ਤਾਂ ਕੀ ਕਰਨਾ ਪਏਗਾ? ਉਸ ਵਿਸ਼ੇ ਦੇ ਬਾਰੇ ਮੁਕੰਮਲ ਜਾਣਨਾ ਪਏਗਾ, ਮੁਕੰਮਲ ਜਾਣਨਾ ਪਏਗਾ। ਅਤੇ ਮੁਕੰਮਲ ਜਦੋਂ ਜਾਣਾਂਗੇ, ਜਿਵੇਂ ਅਸੀਂ ਸ਼ਬਦ ਵਿਚਾਰ ਨਾਲ ਰੋਜ਼ਾਨਾ ਜੁੜਦੇ ਹਾਂ, ਕਿਸੇ ਇੱਕ ਪੱਖ ਨੂੰ ਲੈ ਕੇ ਉਹਦੇ ਬਾਰੇ ਹਜ਼ਾਰ ਤਰ੍ਹਾਂ ਦੇ ਜਿਹੜੇ ਨੁਕਤੇ ਹਨ ਕਥਨ ਕੀਤੇ ਜਾਂਦੇ ਹਨ, ਉਹਦੇ ਵਿੱਚੋਂ ਫਿਰ ਜਿਹੜਾ ਜੀਵਨ ਦੀ ਕੋਈ ਨਾ ਕੋਈ ਦੁਬਿਧਾ ਜਿਹੜੀ ਹੈ ਸੋਲਵ ਹੋ ਜਾਂਦੀ ਹੈ ਕਿ ਨਹੀਂ ਇਹੀ ਸ਼੍ਰੇਸ਼ਟ ਹੈ, ਕਿ ਇਹਨੂੰ ਕੀਤਿਆਂ ਮਨ ਦੇ ਅੰਦਰ ਸਕੂਨ ਬਣਿਆ, ਚਿੱਤ ਦੇ ਵਿੱਚ ਸ਼ਾਂਤ ਸਹਿਜ ਆਇਆ ਹੈ। ਪਰ ਜਿਹੜਾ ਵਿਕਾਰੀ ਕਰਮ ਹੈ ਉਹਨੂੰ ਕੀਤਿਆਂ ਮਨ ਦੇ ਵਿੱਚ ਮੈਲ ਵਧੀ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਹਨ, ਮਾ ਕਉ ਅਵਰ ਨਾ ਢੰਗ ਤਾ ਜ਼ਿਕਰ ਕਰਦੇ ਨਾਨਕ ਗੁਰਮੁਖ ਛੁੱਟੀ ਹੈ, ਕਿ ਗੁਰਮੁਖ ਹੋ ਕੇ ਇਸ ਸੰਸ਼ੇ ਤੋਂ ਛੁੱਟਿਆ ਜਾਵੇਗਾ। ਇਹਦਾ ਭਾਵ, ਗੁਰਮੁਖ ਦਾ ਭਾਵ ਉਹ ਸਾਧਨਾ ਜਿਹੜੀ ਗੁਰੂ ਦੇ ਵੱਲ ਸਾਡੇ ਜੀਵਨ ਨੂੰ ਪੂਰਾ ਪ੍ਰਵਿਰਤ ਕਰ ਦਿੰਦੀ ਹੈ। ਜਿਹੜਾ ਗੁਰੂ ਸ਼ਬਦ ਦੇ ਹੁਣ ਗੁਰਮੁਖ ਛੁੱਟੀ ਹੈ, ਇਹਦਾ ਭਾਵ ਇਹ ਹੈ ਕਿ ਗੁਰੂ ਸ਼ਬਦ ਦਾ ਗਿਆਨ ਗੁਰੂ ਦੀ ਸ਼ਬਦ ਦੀ ਵਿਚਾਰ ਵਿੱਚ ਸਮੋਇਆ ਹੋਇਆ। ਜਦੋਂ ਗੁਰੂ ਸ਼ਬਦ ਦੀ ਵਿਚਾਰ ਨਾਲ ਜੜਾਂ ਜੁੜਾਂਗੇ ਤਾਂ ਸਾਡੀ ਬੁੱਧ ਉੱਜਲ ਹੋਏਗੀ। ਜਦੋਂ ਬੁੱਧ ਉੱਜਲ ਹੋਏਗੀ ਤੇ ਉਸ ਉੱਜਲ ਬੁੱਧ ਦੇ ਵਿੱਚੋਂ ਉੱਜਲ ਕਰਮ ਪੈਦਾ ਹੋਣਗੇ। ਹੁਣ ਜਿਹੜੇ ਬੰਦੇ ਜੀਵਨ ਦੇ ਵਿੱਚ ਸ਼ੁਭ ਕਰਮ ਕਰਦੇ ਹਨ, ਉਹਨਾਂ ਨੇ ਕਿਤੇ ਸਿਲੇਬਸ ਥੋੜ੍ਹਾ ਪੜ੍ਹਿਆ ਜਾ ਕੇ ਕਿ ਸ਼ੁਭ ਕਰਮ ਕਰਨੇ ਚਾਹੀਦੇ ਨੇ। ਉਹਨਾਂ ਦਾ ਅੰਤਰ ਜਿੰਨਾ ਕੁ ਪਵਿੱਤਰ ਹੈ, ਓਨੇ ਕੁ ਪਵਿੱਤਰ ਉਹ ਕਰਮ ਕਰੀ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰਮੁਖ ਛੁੱਟੀ ਹੈ। ਹੁਣ ਇੱਥੇ ਦੋ ਸ਼ਬਦਾਂ ਦਾ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਨੇ ਇਹਦੇ ਸੰਬੰਧ ਵਿੱਚ ਬੜੀਆਂ ਕਮਾਲ ਦੀਆਂ ਬਾਤਾਂ ਗਈਆਂ। ਕਹਿੰਦੇ ਗੁਰਮੁਖਤਾ ਦਾ ਭਾਵ ਕੀ ਹੁੰਦਾ? ਜਿਵੇਂ ਸਾਡਾ ਸਾਰਾ ਜੀਵਨ, ਜ਼ਿਆਦਾ ਜੀਵਨ ਸਾਡਾ ਕਿਹਦੇ ਆਧਾਰ 'ਤੇ ਚੱਲਦਾ? ਅੱਖਾਂ ਦੁਆਰਾ ਦੇਖਦੇ ਹਾਂ, ਕੰਨਾਂ ਦੁਆਰਾ ਸੁਣਦੇ ਹਾਂ, ਜੀਭ ਦੁਆਰਾ ਰਸ ਦਾ ਅਨੁਭਵ ਕਰਦੇ ਹਾਂ, ਅਤੇ ਜਿਹੜੀ ਸਾਡੀ ਬੁੱਧੀ ਹੈ ਉਹ ਸਾਡੇ ਸਿਰ ਦੇ ਵਿੱਚ ਮੰਨੀ ਜਾਂਦੀ। ਤਾਂ ਕਹਿੰਦੇ ਮੁੱਖ ਭਾਵ ਕਿ ਸਾਡਾ ਸਾਰਾ ਜੀਵਨ ਇਸ ਮੁੱਖ ਤੋਂ ਸੰਚਾਲਿਤ ਹੈ। ਇਸ ਮੁੱਖ ਨੂੰ ਗੁਰੂ ਦੀ ਤਰਫ ਕਰ ਦੇਣਾ ਹੀ ਗੁਰਮੁਖ ਹੋ ਜਾਂਦਾ ਹੈ। ਭਾਵ ਦੇਖਣਾ ਗੁਰੂ ਅਨੁਸਾਰ। ਉਹਦੇ ਵਿੱਚ ਕੀ ਹੈ? ਪਰਤਰੇ ਰੂਪ ਨਾ ਪੇਖੈ ਨੇਤਰੇ ਸ਼ਰਵਣੋ ਮੇਰਿਓ ਸਾਚੈ ਸੁਣੈ ਨੋ ਪਠਾਈ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਕਿ ਦੇਖਣਾ, ਸੁਣਨਾ, ਬੋਲਣਾ ਅਤੇ ਵਿਚਾਰਨਾ ਸਾਰਾ ਜਦੋਂ ਗੁਰੂ ਸ਼ਬਦ ਦੀ ਗਿਆਨ ਦੇ ਅਨੁਸਾਰ ਹੋ ਜਾਵੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਛੁੱਟੀ ਹੈ। ਫਿਰ ਜੀਵਨ ਛੁੱਟ ਜਾਂਦਾ ਹੈ। ਹਰ ਪ੍ਰੀਤਮ ਸਿਉ ਸੰਗ, ਫਿਰ ਹਰੀ ਪ੍ਰੀਤਮ ਜਿਹੜਾ ਸਾਡੀ ਰਚਨਾ ਕਰਦਾ, ਫਿਰ ਉਹੀ ਸਾਨੂੰ ਜੀਵਨ ਦੇ ਵਿੱਚ ਉਭਾਰ ਲੈਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਰੇ ਮਨ ਡੀਗ ਨਾ ਡੋਲੀਐ ਸਿੱਧਾ ਮਾਰਗ ਧਾਉ। ਸਿੱਧਾ ਮਾਰਗ ਚੁਣਨਾ ਚਾਹੀਦਾ। ਜੀਵਨ ਦੇ ਵਿੱਚ ਸ਼ਾਰਟਕੱਟ ਵੀ ਨਹੀਂ ਚੁਣਨਾ ਚਾਹੀਦਾ। ਕਈ ਵਾਰੀ ਬੰਦੇ ਟੇਢਾ ਮਾਰਗ ਦੀ ਬਜਾਏ ਸ਼ਾਰਟਕੱਟ ਲੱਭਣ ਲੱਗ ਪੈਂਦੇ ਨੇ। ਤਾਂ ਹੁੰਦਾ ਕੀ ਹੈ ਕਿ ਸ਼ਾਰਟਕੱਟ ਸਾਨੂੰ ਲੱਗਦਾ ਛੇਤੀ ਪਹੁੰਚਾ ਦੇਗਾ, ਪਰ ਸ਼ਾਰਟਕੱਟ ਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਵਿਆਪਤੀਆਂ ਆ ਜਾਂਦੀਆਂ ਨੇ ਕਿ ਸਮੇਂ ਸਿਰ ਬੰਦਾ ਪਹੁੰਚਦਾ ਨਹੀਂ। ਸ਼ਾਰਟਕੱਟ ਦਾ ਮਤਲਬ ਕੀ ਹੈ ਕਿ ਜੀ ਮੈਂ ਪੂਰਾ ਮਹੀਨਾ ਬੰਦਗੀ ਨਹੀਂ ਕਰਾਂਗਾ ਪਰ ਇੱਕ ਦਿਨ ਪੂਰਾ ਲਾ ਦਿਆਂਗਾ। ਇਸ ਤਰ੍ਹਾਂ ਦੇ ਸ਼ਾਰਟਕੱਟ ਵੀ ਲੋਕ ਲੱਭਦੇ ਨੇ ਕਿ ਜੀ ਹੁਣ ਮੇਰੇ ਕੋਲ ਸਮਾਂ ਨਹੀਂ, ਭਾਵੇਂ ਮੈਂ ਮਹੀਨਾ ਨਹੀਂ ਕੀਤਾ ਪੂਰਾ, ਪਰ ਮੈਂ ਇੱਕ ਦਿਨ 24 ਘੰਟੇ ਪੂਰੇ ਲਾ ਦਿਆਂਗਾ। ਪਰ ਹੁੰਦਾ ਕੀ ਹੈ, ਮੁੜ ਕੇ ਉਹ ਵੀ ਨਹੀਂ ਲੱਗਦੇ, ਕਿਉਂਕਿ ਜਿਹੜਾ 29 ਦਿਨ ਜਿਸ ਮਨ ਜਿਸ ਤਰ੍ਹਾਂ ਦੇ ਕਾਰਨਾਂ ਤੋਂ ਪ੍ਰਭਾਵਿਤ ਰਿਹਾ ਹੈ, 30ਵੇਂ ਦਿਨ ਵੀ ਉਵੇਂ ਦੀ ਪ੍ਰਤੀਕਿਰਿਆ ਦੇਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਰੇ ਮਨ ਡੀਗ ਨਾ ਡੋਲੀ ਹੈ। ਅਤੇ ਹੁਣ ਇਸ ਕਰਕੇ ਗੁਰੂ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਕੇ ਸਮਝਾਇਆ ਕਿ ਟੇਢੇ ਮਾਰਗ ਦੇ ਜਿਹੜੇ ਅੱਗੇ ਪਰਿਣਾਮ ਬੜੇ ਭਿਅੰਕਰ ਹਨ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਗੈ ਅਗਨ ਤਲਾਓ ਸਹਿ ਸਹਿ ਜੀਰਾ ਪਰ ਰਿਹਾ। ਆਪਣੇ ਆਪ ਨੂੰ ਸੰਸ਼ੇ ਦੇ ਵਿੱਚ ਨਾ ਰਹਿਣ ਦੀ ਬਜਾਏ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖਤਾ ਦਾ ਮਾਰਗ ਚੁਣ ਕੇ ਗੁਰੂ ਸ਼ਬਦ ਦੇ ਗਿਆਨ ਦੇ ਨਾਲ ਆਪਣਾ ਸੰਬੰਧ ਸਥਾਪਿਤ ਕੀਤਾ ਜਾਵੇ। ਫਿਰ ਜ਼ਿਕਰ ਕੀਤਾ ਹਰ ਪ੍ਰੀਤਮ ਸਿਉ ਸੰਗ। ਹੁਣ ਇਹਦਾ ਇੱਕ ਅਨੁਭਵ ਹੈ ਹਰ ਪ੍ਰੀਤਮ ਸਿਉ ਸੰਗ ਦਾ। ਮਹੀਨਾ ਭਰ ਕੀਰਤਨ ਸੁਣਾਂਗੇ ਅਤੇ ਮਨ ਦੇ ਕੁਝ ਕੁ ਰਸਾਇਣ ਬਦਲਣਗੇ ਅਤੇ ਮਨ ਦਾ ਕੁਝ ਛੋਟਾ ਇੱਕ ਅੱਧਾ ਹਿੱਸਾ ਇਸ ਗੱਲ ਦੀ ਮੰਗ ਕਰੇਗਾ ਕਿ ਕੀਰਤਨ ਦੇ ਨਾਲ ਹੀ ਜੁੜਨਾ ਚਾਹੀਦਾ। ਹਰ ਪ੍ਰੀਤਮ ਸਿਉ ਸੰਗ, ਕਿ ਕਿਸੇ ਬੰਦੇ ਦੇ ਨਾਲ 10 ਦਿਨ ਬਹੋਗੇ ਫਿਰ ਉਹਦਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਉਹਦੇ ਜੀਵਨ ਦਾ ਰੁਪਈਏ ਧੇਲੀ ਦਾ ਪ੍ਰਭਾਵ ਜੀਵਨ 'ਚ ਆਏਗਾ। ਭਾਵ ਕਿ ਹਰ ਪ੍ਰੀਤਮ ਦਾ ਭਾਵ ਕਿ ਗੁਰੂ ਨੇ ਗੁਰਮੁਖ ਬਣਾਉਣਾ ਅਤੇ ਉਹਨੇ ਕੀਰਤਨ ਦੇ ਵਿੱਚ ਉਹ ਸਮਰੱਥਾ ਪਾਈ ਹੈ।
ਇੱਕ ਮਹੀਨਾ ਕੀਰਤਨ ਸੁਣੇਗਾ ਤੇ ਫਿਰ ਜਾ ਕੇ 31ਵੇਂ ਦਿਨ ਜਾ ਕੇ ਮਨ ਖੁਦ ਸ਼ਾਇਦ ਕਿਤੇ ਮੰਗ ਕਰੇ ਕਿ ਮੈਨੂੰ ਕੀਰਤਨ ਦਾ ਰਸ ਦਿਓ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਰ ਪ੍ਰੀਤਮ ਸਿਓ ਸੰਗ, ਇਸ ਕਰਕੇ ਆਪਣੇ ਪ੍ਰੀਤਮ ਦੇ ਸੰਗ ਜੋੜ ਤਾਂ ਕਿ ਤੂੰ ਗੁਰਮੁਖ ਹੋ ਜਾਵੇਂ ਤੇ ਤੇਰੇ ਜੀਵਨ ਦਾ ਛੁਟਕਾਰਾ ਭਾਵ ਨਿਸਤਾਰਾ ਹੋ ਜਾਵੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਸ ਤੋਂ ਪਹਿਲਾਂ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜੀਵਨ ਸਮਾਪਤ ਹੋਣ ਤੋਂ ਬਾਅਦ ਜਿਵੇਂ ਅਕਾਲ ਪੁਰਖ ਦੀ ਹਸਤੀ ਨੂੰ ਸਰਵਉੱਚ ਮੰਨਦੇ ਹਾਂ, ਉਹਨੂੰ ਜੀਵਨ ਭਰ ਸਰਵਉੱਚ ਮੰਨ ਕੇ ਉਹਦੀ ਯਾਦ ਦਾ, ਉਹਦੀ ਹਾਜ਼ਰ ਨਾਜ਼ਰਤਾ ਦਾ ਅਭਿਆਸ ਕਰੀਏ ਤਾਂ ਸਾਡੇ ਜੀਵਨ ਦੀ ਸਫਲਤਾ ਹੈ। ਅਤੇ ਦੁਨੀਆਦਾਰੀ ਦੇ ਟੇਢੇ ਮਾਰਗ ਜਿਹੜੇ ਵਿਕਾਰਾਂ, ਵਾਸਨਾ, ਤ੍ਰਿਸ਼ਨਾ ਦੇ ਰਾਹੀਂ ਹੁੰਦਿਆਂ ਹੋਇਆਂ ਜੀਵਨ ਨੂੰ ਨਰਕਗਾਮਤਾ ਵੱਲ ਲੈ ਜਾਂਦੇ ਹਨ, ਉਹਨਾਂ ਤੋਂ ਹਟ ਕੇ, ਉਹਨਾਂ ਤੋਂ ਉਪਰਾਮ ਹੋ ਕੇ, ਨਿਰਲੇਪ ਹੋ ਕੇ ਗੁਰੂ ਸ਼ਬਦ ਦੁਆਰਾ ਦ੍ਰਿੜ ਕਰਾਏ ਹੋਏ ਸਿੱਧੇ ਮਾਰਗ ਦੀ ਚੋਣ ਕਰਕੇ ਆਪਣੇ ਜੀਵਨ ਨੂੰ ਜੀਵਨ ਮੁਕਤੀ ਦੇ ਸਹਿਤ ਅਭੇਦ ਕਰਨ ਦਾ, ਸਫਲ ਕਰਨ ਦਾ ਜਿਹੜਾ ਅਧਿਆਤਮਿਕ ਯਤਨ ਕਰਨਾ ਚਾਹੀਦਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਭੁੱਲਾਂ ਖਿਮਾਂ ਦੀ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।